ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰੀਏ ਸ਼ੁਰੂ ਵੀਰ ਜੀ। ਜੀ ਵਾਹਿ ਖਾਲਸਾ ਫਤਿਹ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੁਰੂ ਕਰੀਏ ਵੀਰ ਜੀ। ਹਾਂਜੀ ਵਿਚਾਰ ਸ਼ੁਰੂ ਕਰੋ ਜੀ। ਅੱਜ ਆਪਾਂ 1368 ਅੰਗ ਤੋਂ ਗਿਆਨ ਸ਼ੁਰੂ ਕਰਨਾ ਹੈ ਜੀ। ਕਬੀਰ ਜੀ ਦੇ ਸ਼ਲੋਕ ਲੈ ਰਹੇ ਹਾਂ ਆਪਾਂ। 69 ਲੈ ਲਏ ਸੀ, 70ਵਾਂ ਸ਼ਲੋਕ ਲੈਣਾ ਹੈ ਅਤੇ ਇਹਦੇ ਵਿੱਚ ਕਬੀਰ ਜੀ ਜਿਹੜੇ ਹੈਗੇ ਆ ਅੰਗ 1368 ਕਬੀਰ ਰਾਮ ਨਾ ਧਿਆਇਓ ਮੋਟੀ ਲਾਗੀ ਖੋਰ ਕਾਇਆ ਹਾਂਡੀ ਕਾਠ ਕੀ ਨਾਉ ਚਰੈ ਬਹੋਰ। ਕਹਿੰਦੇ ਦੇਖ ਲੈ, ਇੱਕ ਵਾਰੀ ਤੈਨੂੰ ਸਰੀਰ ਦਿੱਤਾ ਹੈ ਮਿੱਤਰਾ। ਇਹ ਸਰੀਰ ਜਿਹੜਾ ਹੈਗਾ ਨਾ ਐਵੇਂ ਦਾ ਹੈਗਾ ਜਿਵੇਂ ਕਿ ਲੱਕੜ ਦੀ ਹਾਂਡੀ ਹੁੰਦੀ ਆ। ਲੱਕੜ ਦੀ ਹਾਂਡੀ ਜਿਹੜੀ ਅੱਗ ਦੇ ਉੱਤੇ ਰੱਖ ਦੇ ਤੇ ਸੜ ਜੂਗੀ ਭਾਈ। ਦੂਜੀ ਵਾਰੀ ਜਿਹੜੀ ਹੈਗੀ ਆ ਸੁਆਹ ਹੋ ਜਾਂਦੀ ਆ। ਇਸ ਕਰਕੇ ਜੇ ਹੁਣ ਤੈਨੂੰ ਸਰੀਰ ਦਿੱਤਾ ਹੈ, ਮਨੁੱਖਾ ਸਰੀਰ ਤੈਨੂੰ ਮਿਲਿਆ ਹੋਇਆ ਆ, ਤੇ ਨਾ ਧਿਆਨ ਸਿਮਰਨ ਕਰੇਗਾ ਤੇ ਇਹ ਸਰੀਰ ਜਿਹੜਾ ਹੈਗਾ ਵਿਸ਼ੇ ਵਿਕਾਰਾਂ ਦੇ ਵਿੱਚ ਖੁਰ ਜਾਣਾ ਹੈ। ਸਰੀਰ ਇਹਨੂੰ ਜਿਹੜਾ ਹੈਗਾ ਵਿਸ਼ੇ ਵਿਕਾਰਾਂ ਨੇ ਖੋਰ ਦੇਣਾ ਹੈ। ਖੋਰ ਕਾਹਦੀ ਲੱਗੀ ਆ? ਵਿਸ਼ੇ ਵਿਕਾਰਾਂ ਦੀ ਖੋਰ ਲੱਗੀ ਹੋਈ ਹੈ। ਇਹ ਸਰੀਰ ਚਲੇ ਜਾਣਾ ਹੈ ਔਰ ਤੂੰ ਜਿਹੜਾ ਹੈਗਾ ਨਾ ਉਰਵਾਰ ਤੇ ਨਾ ਪਾਰ। ਦੁਬਾਰਾ ਸਰੀਰ ਲੱਭਣਾ ਨਹੀਂ ਹੈ। ਇਹ ਕਾਠ ਦੀ ਹਾਂਡੀ ਹੈ, ਇੱਕੋ ਵਾਰੀ ਮਿਲੀ ਆ। ਇਹਦੇ ਵਾਸਤੇ ਫਿਰ ਜਿਹੜਾ ਹੈਗਾ ਪਤਾ ਨਹੀਂ ਕਿੰਨਾ ਕੁ ਜਿਹੜਾ ਹੈਗਾ ਗਤੀ ਕਰਨੀ ਪੈਣੀ ਹੈ, ਕਿੰਨੀਆਂ ਕੁ ਜੂਨਾਂ 'ਚ ਜਾਣਾ ਪੈਣਾ ਹੈ, ਕਿਹੋ ਜਿਹਾ ਕਾਰਨਸ਼ੀਲ ਹੈਗਾ। ਇਸ ਕਰਕੇ ਆ ਜਿਹੜਾ ਤੈਨੂੰ ਇੰਨਾ ਕੀਮਤੀ ਸਰੀਰ ਮਿਲਿਆ ਹੋਇਆ ਆ। ਅਵਤਾਰ ਕੌਰ ਜੀ ਅਸੀਂ 1368 1368 ਤੇ ਆ ਗਏ ਥੈਂਕ ਯੂ। ਹਾਂ, ਇਹ ਜਿਹੜਾ ਸਰੀਰ ਮਿਲਿਆ ਹੋਇਆ ਆ, ਇਸ ਨੂੰ ਹੁਣ ਇਹ ਕੀਮਤੀ ਦਾਤ ਮਾਲਕ ਪਰਮਾਤਮਾ ਦੀ ਹੈ। ਇਹਨੂੰ ਜਿਹੜਾ ਹੈਗਾ ਉਪਯੋਗ ਕਰ ਲੈ। ਇਹਦਾ ਦੁਰਉਪਯੋਗ ਤਾਂ ਆਪੇ ਹੋ ਜਾਣਾ। ਇਹਨੇ ਚਲੇ ਜਾਣਾ ਹੈ। ਇਹਨੇ ਇਹ ਸਰੀਰ ਨੇ ਤੇਰੇ ਕੋਲ ਰਹਿਣਾ ਨਹੀਂ ਹੈਗਾ। ਇਹ ਦਿਨ ਆ ਰਹੇ ਆ। ਇਹ ਤੇਰੀ ਉਮਰ ਜਿਹੜੀ ਘਟਦੀ ਚਲੀ ਜਾ ਰਹੀ ਹੈ। ਕਬੀਰ ਰਾਮ ਨਾ ਧਿਆਇਓ, ਧਿਆਨ ਸਿਮਰਨ ਨਹੀਂ ਕੀਤਾ। ਇੱਕੋ ਹੀ ਕੰਮ ਕਰਨਾ ਹੈ ਸਰੀਰ ਦੇ ਨਾਲ। ਮਾਲਕ ਦੀ ਨੇੜਤਾ ਆਪਣੀ ਆਤਮਾ ਦੇ ਨੇੜੇ ਹੋਣਾ ਹੈ। ਬਾਹਰ ਜਿਹੜਾ ਹੈਗਾ ਬਾਹਰ ਜਾਣੋ। ਇਹਨੂੰ ਜਿਹੜਾ ਹੈਗਾ 4 ਛਪੇਰੇ ਤੇਰੇ ਚੋਗਾ ਪਿਆ ਹੋਇਆ ਆ, ਉਸ ਚੋਂ ਇਹਨੂੰ ਹਟਾ ਕੇ ਜਿਹੜਾ ਹੈਗਾ ਇਹਦੇ ਮੂੰਹ 'ਤੇ ਛਿੱਕਲੀ ਲਾ ਕੇ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਅੰਦਰ ਵੱਲ ਨੂੰ ਲੈ ਕੇ ਆਉਣਾ ਹੈ। ਹਾਂਜੀ ਵੀਰ ਜੀ। ਠੀਕ ਹੈ ਨਿਜਰ ਸਾਹਿਬ, ਪਹਿਲੀ ਤੋਂ ਕੋ ਬੋਲ ਦੋ। ਕਬੀਰ ਰਾਮ ਨਾ ਧਿਆਇਓ ਮੋਟੀ ਲਾਗੀ ਖੋਰ। ਖੋਰ ਜਿਹੜੀ ਵਿਸ਼ੇ ਵਿਕਾਰ ਲੱਗ ਗਏ, ਮੋਟੇ ਮੋਟੇ ਅਮਲ। ਕਾਇਆ ਹਾਂਡੀ ਕਾਠ ਕੀ ਨਾਉ ਚਰੈ ਬਹੋਰ। ਇਹ ਤਾਂ ਸਰੀਰ ਤੈਨੂੰ ਦੁਬਾਰਾ ਮਿਲਣਾ ਨਹੀਂ ਪਿਆਰਿਆ। ਇਹ ਚਲੀ ਜਾਣੀ ਹਾਂਡੀ ਤੇਰੀ। ਇਹ ਦੁਬਾਰਾ ਮਿਲਣ ਵਾਲੀ ਨਹੀਂ ਆ। ਬਹੋਰ ਕਹਿੰਦੇ ਆ ਵਾਪਸ ਤੂੰ ਕਹੇ ਉੱਥੇ ਰੋਏ ਵੀ ਮੇਰੀ ਗਲਤੀ ਹੋ ਗਈ ਜੀ, ਮੈਨੂੰ ਦੁਬਾਰਾ ਦੇ ਦਿਓ। ਨਾ ਬਈ ਨਾ, ਮੁੜ ਕੇ ਨਹੀਂ ਲਿਆ ਸਕਦਾ। ਜਦੋਂ ਆਪਾਂ ਜੂਆ ਖੇਡਦੇ ਆ ਫਿਰ ਆਪਣਾ ਦਾ ਜਦੋਂ ਹਾਰ ਜਾਂਦੇ ਆ ਤੇ ਫਿਰ ਆਪਾਂ ਕਹੀ ਸਾਨੂੰ ਵਾਪਸ ਕਰ ਦੋ, ਅਗਲੇ ਕਰਦੇ। ਬਿਲਕੁਲ ਸਹੀ ਗੱਲ ਹੈ। ਮੈਂ ਗਲਤੀ ਨਾਲ ਖੇਡਣ ਆ ਗਿਆ, ਮੈਨੂੰ ਪਤਾ ਨਹੀਂ ਲੱਗਾ ਸੀ ਬੱਚਿਆਂ ਦੀ ਸਕੂਲ ਦੀ ਫੀਸ ਸੀ, ਮੈਂ ਜੂਏ ਚ ਹਾਰ ਗਿਆ। ਜਦੋਂ ਵਾਪਸ ਕਹਿੰਦੇ ਤੇਰੇ ਵਰਗੇ 50 ਆਉਂਦੇ ਇੱਥੇ। ਬਸ ਬਸ ਬਸ। ਜੂਆ ਲਾਉਣ ਤੋਂ ਪਹਿਲਾਂ ਟਾਈਮ ਹੁੰਦਾ। ਠੀਕ ਹੈ। ਇਹ ਵੀ ਜੀਵਨ ਜੂਏ ਹਾਰਿਆ ਬਸ ਬਾਣੀ ਚ ਵੀ ਆਉਂਦੀ ਤੋਂ ਬਿਲਕੁਲ ਆਉਂਦੀ ਹੈ। ਕਈ ਲੋਕ ਏਦਾਂ ਹਾਰ ਜਾਂਦੇ ਵਿਚਾਰੇ, ਨਹੀਂ ਪਤਾ ਲੱਗ। ਠੀਕ ਹੈ ਜੀ। ਇਹ ਦੇਖੋ ਚੀਜ਼ ਪਤਾ ਕੀ ਹੈ, ਉਹ ਕਹਿੰਦੇ ਕਿ ਇਹ ਜਿਹੜਾ ਸਰੀਰ ਹੈ ਤੇਰਾ, ਇਹਨੂੰ ਐਵੇਂ ਨਾ ਇਹਨੂੰ ਵੇਸਟ ਨਾ ਕਰ ਲੈ। ਕਿਉਂਕਿ ਕੋਈ ਵੀ ਚੀਜ਼ ਜਿਹੜੀ ਤੂੰ ਉਹਦਾ ਆਨੰਦ ਮਾਰ ਰਿਹਾ ਵਾ, ਜਿਹੜੀ ਚੀਜ਼ ਲੀਗਲ ਨਹੀਂ ਹੈਗੀ, ਇਲੀਗਲ ਆ, ਉਹ ਕੋਈ ਚੰਗੀ ਚੀਜ਼ ਨਹੀਂ ਹੈ। ਉਹ ਤੇਰੇ ਕਾਰਨ ਸਰੀਰ ਚ ਉਹਨੇ ਜਾਣਾ ਵਾ। ਬਿਲਕੁਲ। ਕਿਉਂਕਿ ਤੈਨੂੰ ਹੁਣ ਨਹੀਂ ਪਤਾ ਲੱਗਣ ਡਿਆ, ਬਟ ਉਹ ਦੇਰ ਇਜ਼ ਅ ਕਾਸਟ। ਤੁਸੀਂ ਦੇਖੋ ਸਾਧ ਸੰਗਤ ਜੀ, ਤੁਸੀਂ ਬਾਜ਼ਾਰੋਂ ਕੋਈ ਚੀਜ਼ ਲੈਣ ਜਾਂਦੇ ਜੋ, ਫ੍ਰੀ ਮਿਲਦਾ ਕੁਛ?
ਕੁਛ ਵੀ ਨਹੀਂ। ਨਾ, ਜੇ ਤੁਸੀਂ ਕੀ ਚੀਜ਼ ਵੀ ਭੋਗ ਰਹੇ ਜੋ, ਇਹਦਾ ਮਤਲਬ ਤੁਹਾਡੇ ਕੋਲ ਪੁੰਨ ਹੈਗੇ, ਤਾਂ ਹੀ ਉਹ ਸਾੜ ਰਹੇ ਹੀ ਉਹਨਾਂ ਨੂੰ। ਗੱਡੀ ਕਿੱਦਾਂ ਚੱਲਦੀ ਆ? ਤੇਲ ਹੁੰਦਾ ਉਹਦੇ ਇੰਜਨ ਦੇ ਅੰਦਰ, ਇਹਦੀ ਚੱਲਦੀ ਉਹ। ਜਿੰਨਾ ਚਿਰ ਤੱਕ ਟੈਂਕ ਫੁੱਲਿਆ ਬੰਦੇ ਨੂੰ ਐ ਪਤਾ ਲੱਗਦਾ ਬੜਾ ਉੱਡਿਆ ਫਿਰਦਾ। ਤੇ ਮੇਰੇ ਵਰਗਾ ਜਦੋਂ ਨਿੱਜਾ ਸਾਹਿਬ ਰੈੱਡ ਲਾਈਟ ਆਉਂਦੀ ਨਾਲ ਟੈਨਸ਼ਨ ਵੱਧ ਜਾਂਦੀ ਹੈ, 5 ਲੀਟਰ ਰਹਿ ਗਿਆ ਹੁਣ। ਤੇ ਨਾਲ ਹੀ ਰੌਲਾ ਪਾਈ ਜਾਂਦਾ ਵਾ, ਇੱਕ ਸਿੰਬਲ ਆ ਜਾਂਦਾ ਸਾਈਡ ਤੇ ਕਿ ਟੈਂਕ ਖਾਲੀ ਹੋ ਗਿਆ ਭਾਈ, ਇਹਨੂੰ ਚਲਾ ਲਿਆ ਜੀ, ਤੇ ਇਹਨੂੰ ਲੈ ਕੇ ਜਾ ਕੇ ਚੰਗੀ ਜਗ੍ਹਾ ਤੇ ਭਰਾ ਇਹਨੂੰ ਫਿਰ ਦੁਬਾਰਾ। ਤੇ ਪਰ ਇਹ ਟੈਂਕੀ ਕਹਿੰਦੇ ਆ ਕਿ ਇਹ ਭਰੀ ਨਹੀਂ ਜਾਣੀ ਨਾ, ਪੰਗਾ ਤੇ ਇਹ ਰੀਫਿਲ ਨਹੀਂ ਹੋਣੀ, ਹਨਾ। ਬਿਲਕੁਲ। ਇਸ ਕਰਕੇ ਕਹਿੰਦੇ ਟੈਂਕੀ ਖਤਮ ਹੋਣ ਤੋਂ ਪਹਿਲਾਂ ਤੂੰ ਜਿੱਥੇ ਜਾਣਾ ਉੱਥੇ ਪਹੁੰਚ ਜਾ। ਤੇ ਬਾਣੀ ਚ ਤੋਕ ਆਉਂਦੀ ਹੈ, ਕਹਿੰਦੇ ਚੁੱਪੇ ਚੁੱਪ ਨਾ ਹੋਵੇ, ਜੇ ਚੁੱਪੇ ਰਹੇ ਲਿਵਤਾਰ, ਹਨਾ। ਜੇ ਲਾਏ ਰਹਾ ਲਿਵਤਾਰ, ਹਾਂ, ਜੇ ਲਾਏ ਰਹਾ ਲਿਵਤਾਰ। ਕਹਿੰਦੇ ਭਾਵੇਂ ਜਿੰਨਾ ਚਿਰ ਮਰਜ਼ੀ ਤੂੰ ਚੁੱਪ ਕਰਕੇ ਬੈਠਾ ਰਹਿ, ਤੇਰੇ ਮਨ ਨੇ ਚੁੱਪ ਨਹੀਂ ਕਰਨਾ। ਨਾ ਨਾ ਨਾ, ਇਹ ਨਹੀਂ ਚੁੱਪ ਹੁੰਦਾ। ਕਈ ਲੋਕ ਮੋਨੀ ਬੈਠੇ, ਉਹ ਵਿਚਾਰੇ ਚੁੱਪ ਹੋ ਜਾਂਦੇ, ਕੋਈ 5 ਸਾਲ, ਕੋਈ 10 ਸਾਲ, ਵਿਚਾਰੇ ਸੋਚਦੇ ਚੁੱਪ ਹੋ ਜਾਣ, ਕੰਮ ਬਣ ਜਾਊਗਾ, ਪਰ ਮਨ ਚੁੱਪ ਨਹੀਂ ਕਰਦਾ। ਬਾਣੀ ਚ ਵੀ ਲਿਖਿਆ, ਸਹੀ ਲਿਖਿਆ ਉਹਨਾਂ ਨੇ, ਚੁੱਪ ਹੋਣ ਦੇ ਨਾਲ ਹੀ ਮਨ ਚੁੱਪ ਹੁੰਦਾ। ਉਹਨੂੰ ਚੁੱਪ ਕਰਾਉਣ ਦਾ ਤਰੀਕਾ ਹੈ, ਨਾਮ ਹੈ ਤੁਹਾਡੇ ਅੰਦਰ, ਉਹਨੂੰ ਪ੍ਰਗਟ ਕਰਨਾ ਪਊਗਾ। ਜਦੋਂ ਨਾਮ ਪ੍ਰਗਟ ਹੋ ਗਿਆ ਤੇ ਮਨ ਨੇ ਆਪੇ ਚੁੱਪ ਕਰ ਜਾਣਾ। ਮਨ ਜਾਂ ਤੇ ਨਾਮ ਹੋ ਸਕਦਾ ਤੇ ਜਾਂ ਮਨ ਹੋ ਸਕਦਾ, ਦੋਨੋਂ ਇਕੱਠੇ ਨਹੀਂ ਹੋ ਸਕਦੇ। ਨਾਮ ਜਦੋਂ ਪ੍ਰਗਟ ਹੋ ਜਾਂਦਾ ਨਾ, ਨੌ ਨੇ ਤਾਂ ਅੰਮ੍ਰਿਤ ਪ੍ਰਭ ਕਾ ਨਾਮ ਦੇ ਹੀ ਮੈਂ ਦਿੱਤਾ ਬੇਟਾ, ਉਹ ਜਦੋਂ ਪ੍ਰਗਟ ਹੋ ਜਾਂਦਾ ਫਿਰ ਇਹਨੇ ਵਿਚਾਰੇ ਨੇ ਚੁੱਪ ਹੋ ਜਾਣਾ। ਉਹ ਚੁੱਪ ਹੋਣ ਤੋਂ ਬਾਅਦ ਹੀ ਤੇ ਪਰਮ ਜੀਵਨ ਦੀ ਪ੍ਰਾਪਤੀ ਹੈ। ਇਹਨੂੰ ਚੁੱਪ ਕਰਾਉਣਾ ਮੇਨ ਮਕਸਦ ਹੈ। ਹੁਣ ਉਦੋਂ ਨੂੰ ਕਹਿੰਦੇ ਸੀ ਪਰਮਜੀਤ ਜੀ, ਕਹਿੰਦੇ ਸੀ ਕਿ ਉਹ ਕਹਿੰਦੇ ਮਨ ਤੋਂ ਬਿਨਾਂ ਕਿੱਦਾਂ ਜੀਵਨ ਚੱਲੂਗਾ। ਤੇ ਆਪਾਂ ਸਮਝਾਇਆ ਸੀ ਕਿ ਜਿੱਦਾਂ ਆਪਾਂ ਨੂੰ ਹੱਥ ਦੀ ਲੋੜ ਆ, ਆਪਾਂ ਕੰਮ ਕੀਤਾ, ਬਾਅਦ ਚ ਹੱਥ ਫਿਰ ਸ਼ਾਂਤ ਅਵਸਥਾ ਚ ਚੱਲ ਜਾਂਦਾ ਹੈ। ਇਸੇ ਹੀ ਤਰ੍ਹਾਂ ਤੁਹਾਡਾ ਮਨ ਹੋਵੇਗਾ, ਜਦੋਂ ਤੁਹਾਨੂੰ ਲੋੜ ਹੈ ਤੁਸੀਂ ਇਹਦਾ ਇਸਤੇਮਾਲ ਕਰੋਗੇ, ਜਦੋਂ ਲੋੜ ਨਹੀਂ ਹੈ ਤੇ ਇਹ ਸਲੀਪ ਮੋਡ ਚ ਚੱਲ ਜਾਏਗਾ, ਸ਼ਾਂਤ ਹੋ ਜਾਏਗਾ। ਹੁਣ ਨਹੀਂ ਜਿਹੜਾ ਅਨਨੈਸੈਸਰੀ ਜਿਹੜਾ ਇੱਧਰ ਉਹ ਮਾਇਆ ਜਲ ਬਣਾਈ ਜਾਂਦਾ ਸੀ, ਮੱਕੜੀ ਦੇ ਜਿਹੜੇ ਆਲਣੇ ਬਣਾਉਂਦਾ ਸੀ, ਉਹ ਬੰਦ ਹੋ ਜਾਣ। ਇਹੋ ਹੀ ਪਰਮ ਜੀਵਨ ਦੀ ਪ੍ਰਾਪਤੀ ਹੈ। ਔਰ ਇਸ ਅਵਸਥਾ ਨੂੰ ਏਦਾਂ ਮੈਂ ਕਹਿ ਦਿੱਤਾ ਬੜਾ ਆਸਾਨੀ ਦੇ ਨਾਲ, ਅਸਲ ਦੇ ਵਿੱਚ ਇਹਨੂੰ ਜਦੋਂ ਤੁਸੀਂ ਅਨੁਭਵ ਕਰੋਗੇ ਤੁਹਾਨੂੰ ਖੁਦ ਹੀ ਪਤਾ ਲੱਗ ਜਾਊਗਾ ਮੈਂ ਕੀ ਕਹਿਣਾ ਚਾਹੁੰਦਾ ਹਾਂ ਜਾਂ ਗ੍ਰੰਥਾਂ 'ਚ ਕੀ ਲਿਖਿਆ। ਹਾਂਜੀ ਨਿਜਰ ਸਾਹਿਬ, ਅਗਲੀ ਤੁਕ ਬੋਲੀਏ। ਉਹ ਕਹਿੰਦੇ ਆ ਕਿ ਤੇਰਾ ਸਰੀਰ ਬਹੁਤ ਕੀਮਤੀ ਹੈ, ਇਹਨੂੰ ਧਿਆਨ ਨਾਲ ਇਸਤੇਮਾਲ ਕਰੋ। ਠੀਕ ਹੈ ਜੀ। ਕਿਉਂਕਿ ਇਹਨੂੰ ਖੋਰ ਲੱਗ ਜਾਣੀ ਹੈ ਭਾਈ, ਜੇ ਤੂੰ ਧਿਆਨ ਸਿਮਰਨ ਨਹੀਂ ਕਰੇਗਾ ਤੇ ਇਹਨੂੰ ਖੋਰ ਲੱਗ ਜਾਣੀ ਹੈ। ਔਰ ਇਹ ਜਿਹੜਾ ਨਾ ਕਾਇਆ ਹਾਂਡੀ ਕਾਟ ਕੀ, ਇਹ ਦੁਬਾਰਾ ਮਿਲਣਾ ਨਹੀਂ ਆ ਭਾਈ। ਇਹ ਜਿਹੜਾ ਪਹਿਲੀ ਪਾਤਸ਼ਾਹੀ ਤਿਲੰਗ ਰਾਗ ਦੇ ਵਿੱਚ ਵੀ ਕਹਿੰਦੀ ਆ ਕਿ ਜੇ ਤੂੰ ਹੁਣ ਨਹੀਂ ਯੂਜ਼ ਕੀਤਾ, ਜਿਨ ਰੰਗੇ ਕੰਤ ਨਾ ਰਾਵਿਆ ਸਾ ਪਛੋ ਰੇ ਤਾਣੀ। ਜਿਹਨੇ ਇਸ ਟਾਈਮ ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗ ਕੇ ਭਾਵਨਾ ਪਿਆਰ ਦੇ ਨਾਲ ਪਰਮਾਤਮਾ ਨੂੰ ਨਹੀਂ ਰਾਵਿਆ, ਸਾ ਪਛੋ ਰੇ ਤਾਣੀ, ਫਿਰ ਉਹ ਪਛਤਾਉਂਦੀ ਆ। ਹਾਥ ਪਛੋੜੇ ਸਿਰ ਧੁਣੇ ਜਬ ਰਹਿਣ ਬਿਹਾਣੀ। ਜਦ ਉਮਰ ਗੁਜ਼ਰ ਗਈ ਤੇ ਫਿਰ ਆਪਣਾ ਸਿਰ ਜਿਹੜਾ ਹੈਗਾ ਧੁੰਦੀ ਆ, ਹੱਥ ਪਛੋੜਦੀ ਆ, ਬਈ ਆ ਮੈਂ ਕੀ ਕਰ ਲਿਆ। ਫਿਰ ਕਹਿੰਦੇ ਪਛੋਤਾਵਾ ਨਾ ਮਿਲੇ ਜਬ ਚੂਕੇਗੀ ਸਾਰੀ। ਹਾਲੇ ਤੇਰੀ ਹੈਗੀ ਆ ਉਮਰ ਪਿਆਰਿਆ, ਜਦ ਪੂਰੀ ਖਤਮ ਹੋ ਗਈ ਤੇ ਪਛਤਾਉਣ ਨਾਲ ਕੁਛ ਨਹੀਂ ਮਿਲਣਾ ਤੈਨੂੰ। ਤਾਂ ਫਿਰ ਪਿਆਰਾ ਰਾਵੀਏ ਜਬ ਆਵੇਗੀ ਬਾਰੀ। ਤਾਂ ਫਿਰ ਤੇਰਾ ਜਿਹੜਾ ਦੁਬਾਰਾ ਜਦ ਚਾਂਸ ਆਊਗਾ ਉਦੋਂ ਟਰਾਈ ਕਰ ਲਈ ਪਿਆਰਿਆ। ਹਾਂਜੀ ਵੀਰ ਜੀ। ਹੁਣ ਸਾਧ ਸੰਗਤ ਜੀ ਇੱਥੇ ਦੇਖੋ, ਕਬੀਰ ਐਸੀ ਹੋਈ ਖਰੀ ਨਹੀਂ ਰਾਮ ਕਰੀ ਮਨ ਕੋ ਭਾਵੇ। ਨਹੀਂ ਕਬੀਰ ਰਾਮ ਨਾ ਧਿਆਇਓ ਮੋਟੀ ਲਾਗੀ ਖੋਰ। ਕਾਇਆ ਹਾਂਡੀ ਕਾਟ ਕੀ ਨਾਉ ਚਰੈ ਬਹੋਰ। ਇਹ ਹੋ ਗਈ ਹੈ ਕਿ ਥਰੜੀ ਤੁਕ ਬੋਲੀ ਤੁਸੀਂ? ਮੈਂ ਥੱਲੇ ਵਾਲੀ ਬੋਲੀ, ਕਾਇਆ ਹਾਂਡੀ ਕਾਟ ਕੀ ਨਾਉ ਚਰੈ ਬਹੋਰ। ਇਹ ਸਰੀਰ ਕਾਟ, ਇਹ ਜਿਹੜਾ ਦੁਬਾਰਾ ਨਹੀਂ ਮਿਲਣਾ। ਹਾਂ ਠੀਕ ਹੈ। ਹਾਂ, ਇਹ ਸਰੀਰ ਜਿਹੜਾ ਹੈ ਇਹ ਦੁਬਾਰਾ, ਤੁਸੀਂ ਆਪ ਦੇਖੋ, ਜੋ ਤੁਸੀਂ ਬਚਪਨ 'ਚ ਸੀ ਤੁਸੀਂ ਉਹ ਥੋੜੀ ਰਹਿ ਗਏ, ਤੁਸੀਂ ਬਦਲ ਗਏ। ਤੇ ਜੋ ਤੁਸੀਂ ਹੁਣ ਜੋ ਰਹਿਣਾ ਇਹ ਵੀ ਨਹੀਂ। ਉਹ ਜਦੋਂ ਰਾਜੇ ਜਨਕ ਨੂੰ ਸੁਪਨਾ ਆਇਆ, ਸੁਪਨੇ ਦੇ ਵਿੱਚ ਵੇਖਿਆ ਉਹਨੇ ਭਿਖਾਰੀ ਬਣ ਗਿਆ, ਬਹੁਤ ਗਰੀਬ ਹੋ ਗਿਆ, ਕਿਸੇ ਨੇ ਅਟੈਕ ਕਰਤਾ ਤੇ
ਉਹ ਆਪਣੇ ਮਹਿਲ ਤੋਂ ਭੱਜਿਆ ਗਿਆ, ਬਾਹਰ ਚਲ ਗਿਆ ਜੀਵਨ ਬਚਾਉਣ ਦੇ ਲਈ। ਜਦੋਂ ਸਾਡੇ ਤੇ ਸੰਕਟ ਆਉਂਦਾ ਤਾਂ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ, ਹਰ ਕੋਈ ਕੋਸ਼ਿਸ਼ ਕਰੇਗਾ। ਮੇਰੇ ਤੇ ਆਵੇਗਾ ਤਾਂ ਮੈਂ ਵੀ ਭੱਜਾਂਗਾ, ਤੁਹਾਡੇ ਤੋਂ ਜ਼ਿਆਦਾ ਹੀ ਭੱਜਾਂਗਾ। ਜਦੋਂ ਉਹ ਸੰਕਟ ਆਇਆ, ਫਿਰ ਉਹ ਭੁੱਖ ਲੱਗੀ, 2-3 ਦਿਨ ਰੋਟੀ ਨਾ ਮਿਲੀ। ਅਸਲ ਤੇ ਰੋਟੀ ਦੀ ਕੀਮਤ ਤੇ ਉਹਨਾਂ ਨੂੰ ਪਤਾ ਨਾ, ਜਿੰਨਾ ਵਿਚਾਰਿਆਂ ਨੂੰ ਨਹੀਂ ਮਿਲਦੀ ਹਨਾ। ਬਿਲਕੁਲ। ਤੇ ਹੁਣ 2-3 ਦਿਨ ਬਾਅਦ ਰੋਟੀ ਵਿਚਾਰੇ ਨੂੰ ਮਿਲੀ ਨਾ, ਫਿਰ ਸੁੱਕੀਆਂ ਰੋਟੀਆਂ ਮਿਲੀਆਂ। ਉਹ ਖਾਣ ਲੱਗਾ, ਚਲੋ ਰੋਟੀ ਸੀ ਜਾਂ ਮੀਟ ਦਾ ਪੀਸ ਸੀ, ਕੁਛ ਵੀ ਸੀ, ਚੁੱਕਿਆ, ਉਹ ਖਾਣ ਲੱਗਾ। ਉਹ ਚੀਲ ਚਪੱਕਾ ਮਾਰਿਆ, ਉਹਦੇ ਹੱਥੋਂ ਖੋਹ ਕੇ ਲੈ ਗਈ। ਰੌਲਾ ਪਾਇਆ, ਲੈ ਗਈ ਚੀਲ, ਲੈ ਗਈ ਚੀਲ, ਲੈ ਗਈ। ਇਹ ਆਵਾਜ਼ ਸੁਣ ਕੇ ਉਹਦੇ ਦਰਬਾਨ ਆ ਗਏ। ਰਾਜਾ ਕਿਉਂ ਏਦਾਂ ਰੌਲਾ ਪਾਇਆ, ਕਿਉਂ ਬੜਾਉਂਦਾ ਪਿਆ, ਨਾਲ ਨਾਲ ਸੁੱਤਾ ਪਿਆ। ਉਹ ਕਹਿੰਦੇ ਆ ਕਿ ਬਈ ਭੋਲਿਆ, ਕੌਣ ਲੈ ਗਈ? ਤੂੰ ਤਾਂ ਰਾਜੇ ਆਪਣੇ ਮਹਿਲ 'ਚ ਬੈਠਾ। ਤੁਹਾਨੂੰ ਪਤਾ ਨਾ ਕਿ ਜਦੋਂ ਆਪਾਂ ਰਾਤ ਨੂੰ ਸੁੱਤੇ ਉੱਠਦੇ ਹਾਂ ਤੇ ਸਾਡਾ ਜਿਹੜਾ ਬ੍ਰੇਨ ਹੈ ਨਾ, ਇੱਕ ਕੈਮੀਕਲ ਰਿਲੀਜ਼ ਕਰਦਾ। ਛੋਟੇ ਬੱਚਿਆਂ 'ਚ ਕਾਫੀ ਫਾਸਟ ਪਾਵਰ 'ਚ ਹੁੰਦਾ ਵਾ। ਤੁਸੀਂ ਛੋਟੇ ਬੱਚੇ ਨੂੰ ਉਠਾਓਗੇ ਨਾ, ਉਹਨੂੰ ਹੋਸ਼ 'ਚ ਆਉਣ ਦੇ ਲਈ ਘੱਟੋ ਘੱਟ 4 ਮਿੰਟ 3 ਮਿੰਟ ਲੱਗ ਜਾਣੇ ਆ। ਇੱਕਦਮ ਤੁਹਾਨੂੰ ਨਹੀਂ ਪਤਾ ਲੱਗਦਾ। ਤੁਸੀਂ ਕਦੇ ਸੁੱਤੇ ਉੱਠੋਗੇ ਨਾ, ਤੁਹਾਨੂੰ ਪਤਾ ਨਹੀਂ ਲੱਗਦਾ ਮੈਂ ਸੁੱਤਾ ਹਾਂ। ਉਹਦਾ ਜਿਹੜਾ ਅਸਰ, ਉਹ ਨਸ਼ੇ ਦਾ ਅਸਰ ਖਤਮ ਹੋਣ ਦੇ ਲਈ 3-4 ਮਿੰਟ ਲੱਗਦੇ। ਉਹ ਨਸ਼ਾ ਖਤਮ ਹੋਣ ਦੇ ਲਈ ਉਹਨੂੰ ਟਾਈਮ ਲੱਗਾ। ਉਹੀ ਬੰਦਾ ਬੜਾਉਂਦਾ ਹੈ। ਛੋਟਾ ਬੱਚਾ ਕਹੀ ਜਾਂਦਾ ਨਾ, ਛੋਟੇ ਬੱਚੇ ਵੇਖੋ ਜਦੋਂ ਬੜਾਉਂਦੇ ਨੇ, ਵਿਚਾਰਿਆਂ ਨੂੰ ਹੋਸ਼ 'ਚ ਆਉਣ ਦੇ ਲਈ ਟਾਈਮ ਲੱਗਦਾ। ਉਸੇ ਤਰ੍ਹਾਂ ਉਹਨੂੰ ਟਾਈਮ ਲੱਗਾ ਰਾਜੇ ਨੂੰ। ਰਾਜੇ ਨੇ ਵੇਖਿਆ ਇੱਥੇ ਮੈਂ ਚੰਗਾ ਭਲਾ, ਮਹਿਲ ਮੁਲ ਸਭ ਕੁਝ ਹੈਗਾ, ਆ ਮੇਰੇ ਰਾਜੇ, ਮੇਰੇ ਮਤਲਬ ਵਜ਼ੀਰ ਵਜ਼ੂਰ ਬੈਠੇ ਆ, ਰਾਜ ਦੇ ਦਰਬਾਰ 'ਚ ਸਭ ਕੁਝ ਪਿਆ ਵਾ। ਉਸ ਤੋਂ ਬਾਅਦ ਰਾਣੀ ਵੀ ਉੱਥੇ ਹੈਗੀ ਆ, ਰਾਣੀਆਂ ਆ ਗਈਆਂ। ਕਹਿੰਦੇ ਮਹਾਰਾਜ ਕੀ ਹੋਇਆ? ਕਹਿੰਦਾ ਹੋਇਆ ਤਾਂ ਕੁਛ ਨਹੀਂ, ਇੱਕ ਮੈਂ ਸੁਪਨਾ ਬੜਾ ਭਿਅੰਕਰ ਦੇਖਿਆ। ਬੜੀ ਅਜੀਬ ਜੀ ਦਿਸ਼ਾ ਸੀ, ਮੈਨੂੰ ਇਹ ਨੀ ਸਮਝ ਆਉਂਦੀ ਕਿ ਇਹ ਸੱਚ ਹੈ ਕਿ ਉਹ ਸੱਚ ਹੈ। ਉਹ ਕਹਿੰਦੇ ਕਿੱਦਾਂ ਕਰੋ ਕਿ ਜਿਹੜਾ ਪੰਡਿਤ ਹੈ ਉਹਨੂੰ ਸੱਦੋ। ਉਹ ਪੰਡਿਤ ਨੂੰ ਸੱਦਿਆ। ਅਗਲੇ ਦਿਨ ਦਰਬਾਨ ਲੱਗਾ ਸੀ। ਅਸ਼ਟਾਵਕਰ ਸੀ ਮੇਰੇ ਹਿਸਾਬ ਨਾਲ, ਉਹ ਸੰਤ ਹੀ ਸੀ। ਤੇ ਅਸ਼ਟਾਵਕਰ ਨੂੰ ਉਹਨਾਂ ਸਵਾਲ ਕੀਤਾ ਕਿ ਮਹਾਰਾਜ ਏਦਾਂ ਤੇ ਰਾਤ ਨੂੰ ਸੁਪਨਾ ਆਇਆ ਸੀ, ਮੈਂ ਬਹੁਤ ਮਾੜੀ ਕੰਡੀਸ਼ਨ ਦੇ ਵਿੱਚ ਸਾਂ, ਬੜਾ ਅਜੀਬ ਜਿਹਾ ਸੁਪਨਾ ਸੀ, ਬੜਾ ਡਰਾਉਣਾ ਤੇ ਭਿਅੰਕਰ। ਮੈਂ ਜਾਣਨਾ ਚਾਹੁੰਦਾ ਹਾਂ ਇਹ ਸੱਚ ਹੈ ਜਿੱਥੇ ਤੁਸੀਂ ਮੇਰੇ ਸਾਹਮਣੇ ਬੈਠੇ ਜੋ, ਜਿੱਥੇ ਮੇਰਾ ਪਰਿਵਾਰ ਹੈ, ਮੇਰਾ ਸਾਰਾ ਮਹਿਲ ਆ, ਮੇਰਾ ਇਹ ਰਸਦਾ ਵਸਦਾ ਸਭ ਕੁਛ, ਇਹ ਸੱਚ ਹੈ ਕਿ ਉਹ ਸੱਚ ਹੈ? ਤੇ ਅਸ਼ਟਾਵਕਰ ਜੀ ਨੇ ਫਿਰ ਕਿਹਾ ਕਿ ਰਾਜਨ, ਨਾ ਤਾਂ ਆ ਸੱਚ ਤੇ ਨਾ ਉਹ ਸੱਚ। ਕਹਿੰਦਾ ਜਿੱਦਾਂ ਉਹ ਨਹੀਂ ਰਿਹਾ ਨਾ, ਇੱਕ ਸਮਾਂ ਆਊਗਾ ਰਹਿਣਾ ਇਹਨੇ ਵੀ ਨਹੀਂ ਆ। ਇਹ ਵੀ ਸੱਚ ਆ। ਬਿਲਕੁਲ। ਹੁਣ ਕਹਿਣ ਤੋਂ ਭਾਵ ਹੈ ਕਿ ਆਪਣੇ ਜੀਵਨ 'ਚ ਵੀ ਜਦੋਂ ਇੱਕ, ਜਿੱਦਾਂ ਰਾਤੀ ਆਪਾਂ ਉੱਠਦੇ ਹਾਂ ਸਵੇਰੇ ਤੇ ਐਨ ਖੁਸ਼ ਹੋ ਜਾਂਦੇ ਹਾਂ, ਮੇਰਾ ਕਹਿੰਦਾ ਇਹ ਸੁਪਨਾ ਸੀ, ਸੱਚ ਨਹੀਂ, ਕਾਫੀ ਡਰਾਉਣਾ ਸੀ ਨਾ, ਤੇ ਛੁੱਟ ਗਈ ਜਾਣ ਚੱਲ ਇਹ ਸੁਪਨਾ ਹੀ ਸੀ, ਸੱਚ ਨਹੀਂ ਹੈਗਾ, ਪਰ ਉਦੋਂ ਤਾਂ ਸਹੀ ਲੱਗਣ ਦਿਆ। ਇਸੇ ਹੀ ਤਰ੍ਹਾਂ ਆਹ ਜੀਵਨ ਵੀ ਜਿਹੜਾ ਹੈ ਇੱਕ ਸੁਪਨਾ ਹੈ, ਤੁਹਾਨੂੰ ਪਤਾ ਨਹੀਂ ਲੱਗਣਾ, ਟਾਈਮ ਆ ਜਾਣਾ ਜਾਣ ਦਾ। ਇਹੋ ਜੀਵਨ ਆ। ਬੰਦਾ ਉਲਝ ਜਾਂਦਾ ਵਿਚਾਰਾ, ਉਹ ਸੋਚਦਾ ਕਿ ਇੱਥੇ ਪੱਕਾ ਜੁਗਾੜ ਲੱਗਾ ਹੋਇਆ। ਉਹ 50-60 ਸਾਲ ਕੁਛ ਵੀ ਨਹੀਂ ਆ, ਵੇਖਣ ਨੂੰ ਲੱਗਦੇ ਆ ਬੜੇ ਵੱਡੇ। ਆ 43 ਸਾਲ ਮੇਰੀ ਉਮਰ ਆ, ਮੈਨੂੰ ਪਤਾ ਨਹੀਂ ਲੱਗਾ ਕਦੋਂ ਲੰਘ ਗਈ। ਬਿਲਕੁਲ। ਬਾਕੀ ਜਿਹੜੀ ਰਹਿ ਗਈ ਆ ਪਤਾ ਉਹਦਾ ਵੀ ਨਹੀਂ ਲੱਗਣਾ। ਮੇਰੇ ਵੇਂਦਿਆਂ ਬੰਦੇ ਕਈ ਤੁਰ ਗਏ। ਤੇ ਵੱਡੇ ਭਰਾ ਦੀ ਐਲਬਮ ਵਿਆਹ ਵੇਖਿਆ ਤਾਂ ਪਤਾ ਨਹੀਂ ਕਿੰਨੇ ਬੰਦੇ ਚਲ ਗਏ ਉੱਚੋਂ, ਜਿੱਦਾਂ ਸਾਹਿਬ ਪਤਾ ਨਹੀਂ ਕਿੰਨੇ ਕੁ, ਬਹੁਤ ਜ਼ਿਆਦਾ ਲੋਕ ਚਲ ਗਏ। ਵਕਤ ਦਾ ਨਹੀਂ ਪਤਾ ਕਦੋਂ ਆ ਜਾਣਾ, ਕਦੋਂ ਕਿਹਨੂੰ ਜਾਣਾ ਪੈਣਾ। ਇਸ ਕਰਕੇ ਉਸ ਜਗ੍ਹਾ ਤੇ ਪਹੁੰਚਣਾ ਬਹੁਤ ਜ਼ਰੂਰੀ ਹੈ। ਸਾਰਾ ਜਿੰਨਾ ਵੀ ਖੇਲ ਹੈ, ਜੋ ਆਪਾਂ ਕਰ ਰਹੇ ਹਾਂ, ਜੋ ਆਪਾਂ ਕਥਾ ਕਰਦੇ ਹਾਂ, ਵਿਚਾਰ ਕਰਦੇ ਹਾਂ, ਇੱਕ ਸੇਫ ਜਗ੍ਹਾ ਹੈ ਤੁਹਾਡੇ ਅੰਦਰ, ਉੱਥੇ ਪਹੁੰਚਣਾ ਬਹੁਤ ਜ਼ਰੂਰੀ ਹੈ। ਉਹ ਕਹਿੰਦੇ ਨਾ ਕਿ ਇੱਕ ਕਥਾ ਦੇ ਵਿੱਚ ਵੀ, ਬਾਣੀ 'ਚ ਵੀ ਆਉਂਦੀ ਹੈ ਕਿ ਜਿਹੜਾ ਚੱਕੀ ਦੇ ਵਿਚਕਾਰ ਇੱਕ ਪੁੜ ਹੈ ਨਾ, ਜਿੱਥੇ ਕਿੱਲ ਜਿਹਾ ਹੁੰਦਾ, ਜਿਹਦੇ ਦੁਆਲੇ ਚੱਕੀ ਦਾ ਘੁੰਮਦੇ ਪੁੜ, ਕਿੱਲੀ ਲੱਗੀ ਹੋਈ ਹੈ, ਜਿਹਦਾ ਹੱਥਾ ਹੈਗਾ, ਜਿਹਨਾਂ ਕਿੱਲੀ ਕਹਿ ਲਓ, ਕਿੱਲੀ ਦੇ ਲਾਗੇ ਜਿਹੜੇ ਦਾਣੇ ਰਹਿ ਜਾਣ ਉਹ ਬਚ ਜਾਂਦੇ। ਉੱਥੇ ਕਿੱਲੀ ਹੈ ਆਪਣੇ ਅੰਦਰ, ਉੱਥੇ ਪਹੁੰਚਣਾ ਜ਼ਰੂਰੀ ਆ। ਬਿਲਕੁਲ। ਜਿਹੜਾ ਉਹ ਕਿੱਲੀ ਤੋਂ ਪਹੁੰਚ ਜਾਂਦਾ ਉਹ ਬੰਦਾ ਮੁੱਕ ਹੋ ਜਾਂਦਾ। ਤੇ ਬਾਕੀ ਜਿਹੜੇ ਬਾਹਰ ਦਾਣੇ ਬੈਠੇ ਉਹ ਗ੍ਰਾਈਂਡ ਹੁੰਦੇ ਹੀ ਰਹਿਣੇ, ਗ੍ਰਾਈਂਡ ਹੁੰਦੇ ਰਹਿਣੇ। ਬਿਲਕੁਲ।
ਉੱਥੇ ਸਰਟਨ ਪੀਪਲ ਕੈਨ ਗੋ ਦੇਅਰ। ਠੀਕ ਹੈ, ਇਸ ਕਰਕੇ ਕਹਿੰਦੇ ਵਿਰਲੇ ਨੇ, ਜ਼ਿਆਦਾ ਲੋਕ ਤਿਆਰ ਨਹੀਂ ਹੈ ਜਾਣ ਨੂੰ। ਚਲੋ ਜਿਹੜਾ ਵੀ ਜਾਣਾ ਚਾਹੁੰਦਾ ਹੈ, ਇਸ ਟਾਈਮ ਪੂਰਾ ਬਣਿਆ ਪਿਆ। ਆਪਾਂ ਅੱਗੇ ਚੱਲਦੇ ਨਜ਼ਰ ਸਾਹਿਬ, ਕਥਾ ਕਰੀਏ। ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਕਿ ਬਸ ਜਿਹੜਾ ਤੇਰਾ ਸਰੀਰ ਮਿਲਿਆ ਹੋਇਆ ਇਹਨੂੰ ਯੂਜ਼ ਕਰ ਲਾ ਪਿਆਰਿਆ। ਦੇਖ ਅਵਗੁਣ ਨਾ ਇਕੱਠੇ ਕਰ, ਖੋਰ ਨਾ ਲਾ ਇਹਨੂੰ, ਇਹ ਖੁਰ ਜਾਣਾ ਹੈ। ਦੇਖ ਉਮਰ ਚਲੇ ਜਾਣੀ ਆ। ਅਤੇ ਇਸ ਤੋਂ ਅਗਲਾ ਜਿਹੜਾ ਹੈਗਾ ਕਬੀਰ ਜੀ ਜਿਹੜਾ ਸ਼ਬਦ ਕਹਿ ਰਿਹਾ ਕਿ ਜਿਨ੍ਹਾਂ ਨੇ ਇਹਨੂੰ ਯੂਜ਼ ਕਰਨਾ ਸ਼ੁਰੂ ਕਰ ਦਿੱਤਾ, ਕਬੀਰ ਐਸੀ ਹੋਏ ਭਰੀ ਮਨ ਕੋ ਭਾਵਤ ਕੀਨ। ਬਸ ਪਰਮੇਸ਼ਰ ਨੂੰ ਭਾਵਤ ਬਣਾ ਲਿਆ ਆਪਣੇ ਮਨ ਦਾ, ਭਗਤੀ ਸ਼ੁਰੂ ਕਰ ਦਿੱਤੀ ਉਹਨਾਂ ਨੇ। ਕਹਿੰਦੇ ਐਸੀ ਹੋਏ ਭਰੀ, ਐਸੀ ਹੋ ਗਈ, ਇੰਨੀ ਪ੍ਰੀਤ ਪੈ ਗਈ ਮਨ ਦੇ ਵਿੱਚ, ਇੰਨਾ ਪਿਆਰ ਆ ਗਿਆ ਉਹ ਮਾਲਕ ਪਰਮਾਤਮਾ ਦੇ ਵਾਸਤੇ। कबीर ऐसी होए परी मन को भावत कीन, मरने ते क्या डरपना जब हाथ सिंदौरा लीन। और जद सती प्रथा ਸੀਗੀ, ਬੰਦਾ ਮਰ ਜਾਂਦਾ ਸੀ, ਔਰਤ ਜਿਹੜੀ ਹੈਗੀ, ਕਈ ਨੂੰ ਤਾਂ ਜ਼ਬਰਦਸਤੀ ਜਿਹੜੇ ਹੈਗੇ ਉਹ ਵਿਚਾਰੇ ਸਾੜ ਦਿੰਦੇ ਸੀਗੇ, ਪਰ ਕਈ ਜਿਹੜੀਆਂ ਸੀਗੀਆਂ ਜਿਹੜੀਆਂ ਆਪਣੇ ਪਤੀ ਨੂੰ ਪਿਆਰ ਕਰਦੀਆਂ ਸੀਗੀਆਂ, ਉਹ ਜਿਹੜੀਆਂ ਹੈਗੀਆਂ ਉਹ ਨਹੀਂ ਜਿਉਣਾ ਚਾਹੁੰਦੀਆਂ ਸੀਗੀਆਂ। ਉਹ ਨਰੀਅਲ ਲੈ ਲੈਂਦੀਆਂ ਸੀ ਹੱਥ ਦੇ ਵਿੱਚ, ਸੰਧੌਰਾ ਜਿਹੜਾ ਹੈ ਸੰਧੂਰ ਦੇ ਰੰਗ ਦਾ ਉੱਤੇ ਪਾਇਆ ਹੁੰਦਾ ਸੀ, ਗੁਲਾਲ, ਬਈ ਉਹ ਇੰਡੀਕੇਸ਼ਨ ਹੁੰਦੀ ਸੀ ਬਈ ਇਹ ਨਹੀਂ ਜਿਉਣਾ ਚਾਹੁੰਦੀ ਆਪਣੇ ਪਤੀ ਤੋਂ ਬਗੈਰ, ਇਹ ਜਿਹੜੀ ਸਤੀ ਹੋਣਾ ਚਾਹੁੰਦੀ ਹੈ। ਐਸੇ ਤਰੀਕੇ ਦੇ ਨਾਲ ਜਿਨ੍ਹਾਂ ਨੂੰ ਪਰਮੇਸ਼ਰ ਦੀ ਖਿੱਚ ਪੈਦਾ ਹੋ ਜਾਂਦੀ ਆ, ਜਿਨ੍ਹਾਂ ਦੇ ਮਨ ਕੋ ਭਾਵਤ ਕੀਨ, ਐਸੀ ਹੋਏ ਪਰੀ, ਇਹੀ ਜੀ ਖਿੱਚ ਪੈਦਾ ਹੋ ਜਾਂਦੀ ਆ। ਬਸ ਉਹ ਕਹਿੰਦੇ ਸਾਨੂੰ ਦੁਨੀਆ ਦੇ ਰਸ ਨਹੀਂ ਚਾਹੀਦੇ, ਸਾਨੂੰ ਬਸ ਉਹ ਮਾਲਕ ਚਾਹੀਦਾ। ਹੁਣ ਅਸੀਂ ਜਿਹੜਾ ਹੈਗਾ ਸੰਧੌਰਾ ਲੈ ਲਿਆ ਹੈ, ਹੁਣ ਤਾਂ ਬਸ ਇਸ ਜੋ ਮਾਲਕ ਪਰਮਾਤਮਾ ਦੇ ਜਿਹੜੇ ਹੈਗੇ ਮਿਲਣ ਦੇ ਵਾਸਤੇ ਜੋ ਵੀ ਉਪਰਾਲਾ ਕਰਨਾ ਪਊਗਾ, ਭਾਵੇਂ ਸਰੀਰ ਵੀ ਦੇਣਾ ਪਊਗਾ ਤਾਂ ਵੀ ਦੇਵਾਂਗੇ। ਹੁਣ ਮਰਨੇ 'ਤੇ ਕਿਆ ਡਰਪਨਾ, ਹੁਣ ਤਾਂ ਬਸ ਜਿਹੜਾ ਹੈਗਾ ਆਪਣੇ ਮਨ ਨੂੰ ਜਿਹੜਾ ਹੈਗਾ ਇਹ ਮਾਇਆ ਵੱਲੋਂ ਜਿਹੜਾ ਹੈਗਾ ਰੋਕਣ ਤੋਂ, ਇਹਦੇ 'ਚੋਂ ਕੀ ਹਿਚਕਿਚਾਉਣਾ ਹੁਣ ਜਿਹੜਾ ਹੈਗਾ। ਜਬ ਹਾਥ ਸਿੰਦੌਰਾ ਲੀਨ, ਹੁਣ ਤਾਂ ਹੱਥ ਦੇ ਵਿੱਚ ਸੰਧੌਰਾ ਲੈ ਲਿਆ ਪਾਏ। ਹਾਂਜੀ ਵੀਰ ਜੀ। ਠੀਕ ਹੈ ਜੀ, ਸਤੀ ਪ੍ਰਥਾ ਦੀ ਗੱਲ ਚੱਲੀ ਹੈ ਤੇ ਇੱਕ ਮੈਂ ਛੋਟੀ ਜਿਹੀ ਗੱਲ ਤੁਹਾਡੇ ਨਾਲ ਸਾਂਝੀ ਕਰਦਾ। ਕਹਿੰਦੇ ਕਿ ਮਹਾਰਾਜ ਰਣਜੀਤ ਸਿੰਘ ਜੀ ਜਦੋਂ ਸਰੀਰ ਦਾ ਤਿਆਗ ਕਰਦੇ ਤੇ ਉਦੋਂ ਇੱਕ ਰਾਣੀ ਸੀ, ਇੱਕ ਦੋ ਰਾਣੀਆਂ ਤੇ ਕੁਝ ਪਟਰਾਣੀਆਂ, ਗੋਲੀਆਂ ਗਾਲੀਆਂ, ਕਾਫੀ ਉਹਨਾਂ ਨੂੰ ਵੀ ਸਾੜ ਦਿੱਤਾ ਗਿਆ। ਤੇ ਇੱਕ ਇਤਿਹਾਸਕਾਰ ਆ, ਉਹਨੇ ਲਿਖਿਆ ਹੈ, ਕਹਿੰਦਾ ਸਿੱਖ ਧਰਮ ਦੇ ਵਿੱਚ ਉਦੋਂ ਕਿਸੇ ਨੇ ਮਨਾ ਕਿਉਂ ਨਹੀਂ ਕੀਤਾ? ਮਨਾ ਕਰਨਾ ਚਾਹੀਦਾ। ਬਿਲਕੁਲ ਗਲਤ ਸੀ ਕੰਮ, ਬਿਲਕੁਲ ਟੋਟਲੀ ਰੋਂਗ। ਚਲੋ ਆਪਾਂ ਵੀ ਕੋਈ ਕੰਮ ਗਲਤ ਹੁੰਦਾ ਤੇ ਮੈਂ ਇਹ ਚਾਹੁੰਦਾ ਕਿ ਕਮ ਸੇ ਕਮ ਜੇ ਅਸੀਂ ਨਹੀਂ ਕੁਝ ਬੋਲ ਸਕਦੇ, ਜਿਹੜਾ ਉਸ ਦੇ ਖਿਲਾਫ ਕੁਝ ਗੱਲ ਕਰ ਰਿਹਾ ਹੈ ਜਾਂ ਬੋਲ ਰਿਹਾ ਹੈ, ਉਹਦੀ ਮਦਦ ਕਰੀਏ ਕਿਸੇ ਨਾ ਕਿਸੇ ਦੀ। ਠੀਕ ਹੈ, ਨਹੀਂ ਬੋਲ ਸਕਦੇ ਤੇ ਪੇਪਰਾਂ 'ਚ ਕਢਵਾਓ, ਫੇਸਬੁੱਕ 'ਚ ਪਾਓ, ਜਾਂ ਕੋਈ ਬੋਲਦਾ ਪਿਆ ਵਿਚਾਰਾ ਰੌਲਾ ਪਾਉਂਦੇ ਆ, ਉਹਦੀ ਮਦਦ ਕਰੋ। ਠੀਕ ਹੈ ਜੀ, ਕੁਛ ਕਰੋ। ਹੁਣ ਇਹ ਕਹਿੰਦੇ ਨੇ ਕਿ ਦੇਖੋ ਆਪਣਾ ਦਿਨ ਚੜ੍ਹਦਾ। ਅੱਜ ਮੈਂ ਸਵੇਰੇ ਉੱਠਿਆ, 4 ਵੱਜ ਗਏ ਆ, 3:30 ਵੱਜ ਗਏ, ਮੈਂ ਘਰੋਂ ਨਿਕਲਿਆ ਨਹੀਂ, ਕਲੀਨਿਕ 'ਚ ਗਿਆ ਹੀ ਨਹੀਂ। ਚਲੋ 3:30 4 ਵਜੇ ਗਿਆ, ਅਕਾਊਂਟ ਵੇਖਿਆ, ਇੱਕ ਹੇਅਰ ਟ੍ਰਾਂਸਪਲਾਂਟ ਚੱਲਣ ਦਿਆ ਸੀ, ਉਹ ਵੀ ਵੇਖ ਕੇ ਮੈਂ ਸ਼ਾਮੀ 6:30 ਵਜੇ ਵਾਪਸ ਆ ਗਿਆ। ਕਹਿਣ ਤੋਂ ਭਾਵ ਹੈ ਕਿ ਜਿਹੜਾ ਕੰਮ ਮੈਂ ਕਰਾਂਗਾ ਉਹੀ ਹੋਣਾ ਵਾ। ਜੇ ਮੈਂ ਨਹੀਂ ਜਾਂਦਾ ਤੇ ਨੱਜਾ ਸਾਹਿਬ ਉਹ ਦਿਨ ਗਿਆ ਸੀ। ਬਿਲਕੁਲ, ਜੋ ਆਪਾਂ ਕਰਦੇ ਹਾਂ ਹੁੰਦਾ ਉਹੀ ਆ, ਜੋ ਆਪਾਂ ਨਹੀਂ ਕਰਦੇ ਉਹ ਨਹੀਂ ਹੁੰਦਾ। ਆਪਣੇ ਆਪ ਕੁਛ ਨਹੀਂ ਹੁੰਦਾ। ਇਸੇ ਲਈ ਜੀਵਨ ਦੇ ਵਿੱਚ ਤੁਸੀਂ ਜੋ ਵੀ ਕਰਨਾ ਉਹਨੂੰ ਕਰੋ। ਜੇ ਤੁਸੀਂ ਨਹੀਂ ਕਰੋਗੇ ਤੇ ਨਹੀਂ ਹੋਣਾ, ਹੋਣਾ ਹੀ ਨਹੀਂ। ਇੱਥੋਂ ਤੱਕ ਪਾਣੀ ਦਾ ਗਲਾਸ ਨਹੀਂ ਤੁਹਾਡੇ ਕੋਲ ਆਉਣਾ, ਤੁਸੀਂ ਨਹੀਂ ਲਿਆਓਗੇ, ਕਿਸੇ ਹੋਰ ਨੂੰ ਲਿਆ ਕੇ ਦੇਣਾ ਪਊਗਾ। ਪਾਣੀ ਉੱਡ ਕੇ ਨਹੀਂ ਆਵੇਗਾ, ਭਾਵੇਂ ਤੁਹਾਡੇ ਘਰ ਟੈਂਕ ਲੱਗਾ, ਭਾਵੇਂ ਮੋਟਰ ਲੱਗੀ ਆ, ਭਾਵੇਂ ਪੰਪ ਲੱਗਾ, ਚਾਹੇ ਬਿਸਲਰੀ ਵਾਟਰ ਹੈ। ਹਰ ਇੱਕ ਚੀਜ਼ ਜਿੰਨਾ ਚਿਰ ਤੱਕ ਤੁਸੀਂ ਨਹੀਂ ਕਰਦੇ ਨਹੀਂ ਹੋਵੇ, ਬਿਲਕੁਲ ਨਹੀਂ ਹੋਵੇਗੀ। ਇਸੇ ਤਰ੍ਹਾਂ ਧਿਆਨ ਸਿਮਰਨ ਬੰਦਗੀ ਵੀ ਤੁਸੀਂ ਕਰੋਗੇ ਉਦੋਂ ਹੀ ਹੋਣੀ ਆ। ਤੁਸੀਂ ਮਨ ਚੋਂ ਵਰਕਾ ਪਾੜ ਦੋ ਕਿ ਰੱਬ ਚ ਪਾਊਗਾ ਤੇ ਤੁਸੀਂ ਜਪਣਾ ਹੈ। ਰੱਬ ਨੇ ਆਲਰੇਡੀ ਜਪਣ ਦੇ ਲਈ ਸਾਨੂੰ ਸਰੀਰ ਦੇ ਦਿੱਤਾ, ਤੁਹਾਨੂੰ ਮਨ ਦਿੱਤਾ, ਬੁੱਧੀ ਦਿੱਤੀ, ਚਿੱਤ ਦਿੱਤਾ, ਸਾਨੂੰ ਗ੍ਰੰਥ ਦਿੱਤੇ, ਸਾਨੂੰ ਲੋਕਾਂ ਨੂੰ ਮਿਲਾਇਆ, ਸਾਨੂੰ ਸਹੀ ਤੇ ਗਲਤ ਦੀ ਪਛਾਣ ਵੀ ਦਿੱਤੀ ਹੈ। ਬਿਲਕੁਲ ਦਿੱਤੀ ਹੈ। ਤੁਸੀਂ ਬਾਜ਼ਾਰ ਜਾਓ,
ਤੁਹਾਨੂੰ ਕੋਈ ਬੰਦਾ ਚੀਜ਼ ਵੇਚਦਾ ਹੈ, ਗਲਤ ਵੇਚਣ ਦੇ, ਤੁਸੀਂ ਨਹੀਂ ਖਰੀਦੋਗੇ। ਬਹੁਤ ਹੱਦ ਤੱਕ ਤੁਸੀਂ ਕਹੋਗੇ ਕਿ ਮੈਂ ਦੂਜੀ ਦੁਕਾਨ ਤੋਂ ਚੈੱਕ ਕਰਦਾ। ਪਰ ਜਦੋਂ ਆਪਾਂ ਅਧਿਆਤਮਿਕ ਸਫ਼ਰ ਤੇ ਆਉਣਾ ਚਾਹੁੰਦੇ ਹਾਂ, ਉਦੋਂ ਅਸੀਂ ਇੱਕ ਸਸਤਾ ਗਿਆਨ ਪ੍ਰਾਪਤ ਕਰ ਲੈਂਦੇ ਹਾਂ, ਕਿਉਂਕਿ ਉੱਥੇ ਮਿਹਨਤ ਨਾ ਕਰਨੀ ਪਵੇ, ਕੋਈ ਸਾਡੇ ਲਈ ਕੰਮ ਕਰਦੇ। ਪਰ ਆਪ ਜਸਟ ਸੋਚੋ, ਜੇਕਰ ਤੁਹਾਡੇ ਦੁਆਰਾ ਕੀਤੀ ਐਕਸਰਸਾਈਜ਼ ਤੁਹਾਨੂੰ ਨਾ ਮਿਲੇ, ਕੋਈ ਹੋਰ ਬੰਦਾ ਕਰਦੇ ਤੁਹਾਡੇ ਲਈ, ਕੀ ਪੋਸੀਬਲ ਹੈਗਾ? ਕੋਈ ਬੰਦਾ ਤੁਹਾਡੇ ਲਈ ਐਕਸਰਸਾਈਜ਼ ਕਰੇ ਪਰ ਤੁਹਾਨੂੰ ਕਵੇ ਕਿ ਬਈ ਸਿਹਤ ਤੁਹਾਡੀ ਗੱਲ ਬਣੂਗੀ, ਨਹੀਂ। ਸਿਹਤ ਤੁਹਾਡੀ ਬਣੂਗੀ। ਜਿਹੜੇ ਸੇਬਾਂ ਦੀ ਟੋਕਰੀ ਦੇ ਨਾਲ ਬਦਾਮ ਰੋਗਣ ਮੇਰੇ ਘਰ ਛੱਡ ਜਾ ਕਰੋ, ਮੈਂ ਖਾ ਲਊਂਗਾ ਤੇ ਤੁਹਾਨੂੰ ਮਿਲ ਜਾ ਕਰੂ। ਪਰ ਆਪਾਂ ਏਦਾਂ ਸੋਚਦੇ ਹਾਂ, ਆਪਾਂ ਹੁਣ ਬੁੱਢੇ ਬੰਦੇ ਮਰ ਜਾਂਦੇ ਆ, ਮਗਰੋਂ ਏਦਾਂ ਹੀ ਖੰਡ ਪਾਠ ਕਰਾਈ ਜਾਂਦੇ ਆ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੂਗੀ। ਸ਼ਾਂਤੀ ਕਿੱਥੇ ਮਿਲਣੀ? ਬਿਲਕੁਲ ਸਹੀ ਗੱਲ ਹੈ। ਸ਼ਾਂਤੀ ਤੇ ਉਹਦੀ ਹੈ ਜੋ ਉਹਨੇ ਕੀਤਾ, ਉਹਦੇ ਸਿਰ ਤੇ ਸ਼ਾਂਤੀ ਹੈ। ਔਰ ਜੋ ਉਹਨੇ ਕੀਤਾ ਸਰੀਰ ਤਿਆਗਣ ਤੋਂ ਬਾਅਦ ਉੱਥੇ ਪਹੁੰਚ ਗਿਆ। ਉਹ ਸਾਡੇ ਲੰਗਰ ਤੇ ਨਹੀਂ ਬੈਠੇ ਹੋ, ਪਰ ਇਹਨਾਂ ਲੋਕਾਂ ਨੇ ਬਣਾਏ ਸੀ ਦੋ ਵਹਿਮ ਕਿ ਪਿੱਤਰਾਂ ਦੀ ਪੂਜਾ ਕਰੋ, ਉਹਨਾਂ ਕੋਲ ਤੁਹਾਡਾ ਬਜ਼ੁਰਗ ਜਿਹੜੇ ਹੈਗੇ ਨੰਗੇ ਪੈਰੀ ਘੁੰਮਦੇ, ਲਓ ਜੁੱਤੀ ਲਿਆਓ, ਉਹਨਾਂ ਕੋਲ ਦੁੱਧ ਨਹੀਂ ਹੈਗਾ, ਇੱਕ ਗਾਂ ਦੇ ਦਿਓ। ਨਿਜਾ ਸਾਹਿਬ ਬਿਲਕੁਲ ਸਹੀ। ਇੱਕ ਗੱਲ ਹੈ ਗੋਰਖੀ ਸਾਹਿਬ, ਜੇ ਜਿਹੜਾ ਕਿਸੇ ਦੇ ਮਰਨ ਦੇ ਬਾਅਦ ਜਿਹੜਾ ਹੈਗਾ, ਜੇ ਆਪਾਂ ਕੁਛ ਜਿਹੜਾ ਹੈਗਾ ਕੋਈ ਗਿਆਨ ਲੈਂਦੇ ਹਾਂ ਤੇ ਆਪਾਂ ਨੂੰ ਫਾਇਦਾ ਜ਼ਰੂਰ ਹੋ ਜਾਏਗਾ ਗੋਰਖੀ ਸਾਹਿਬ। ਨਹੀਂ, ਸਾਨੂੰ ਤੇ ਹੋ ਜਾਊਗਾ, ਪਰ ਉਹਨੂੰ ਵਿਚਾਰੇ ਨੂੰ ਕੀ ਹੋਣਾ ਜਿਹੜਾ ਚਲ ਗਿਆ? ਹਾਂ, ਨਹੀਂ ਆਪਾਂ ਨੂੰ ਜ਼ਰੂਰ ਫਾਇਦਾ ਹੋਊਗਾ। ਉਹਨੇ ਟਿਕਟ ਲੈ ਲਈ ਆ ਵਿਚਾਰੇ ਨੇ, ਉਹਨੇ ਟਿਕਟ ਲੈ ਕੇ ਉਹਦੇ ਸਫ਼ਰ ਤੇ ਨਿਕਲ ਗਿਆ। ਹਾਂ ਬਿਲਕੁਲ। ਇੱਥੇ ਸਾਰੇ ਬੰਦੇ ਮੁਸਾਫਰਖਾਨਾ ਹੈ ਤੇ ਬੱਸ ਸਟੈਂਡ ਹੈਗਾ, ਇੱਥੇ ਪਤਾ ਨਹੀਂ ਕਿੱਧਰ ਕਿੱਧਰ ਆਪਣੀ ਗੱਡੀ ਜਾਣੀ ਆ। ਸੋ ਜਿੱਦਾਂ ਦਾ ਆਪਣੇ ਕੋਲ ਸਾਡੇ ਕੋਲ ਪਾਤਰਤਾ ਹੋਊਗੀ, ਅਸੀਂ ਉਸੇ ਹੀ ਕਿਸਮ ਦਾ ਸਫ਼ਰ ਕਰਾਂ। ਠੀਕ ਹੈ ਜੀ, ਬਿਲਕੁਲ। ਤੇ ਉਹ ਮਰਨ ਦੀ ਗੱਲ ਕਰਦੇ ਆ, ਮਰਨ ਤੋਂ ਕਾਹਨੂੰ ਡਰਨਾ? ਜਦੋਂ ਤੁਸੀਂ ਭਗਤੀ ਕੀਤੀ ਹੈ ਤੇ ਫਿਰ ਮੌਤ ਦਾ ਡਰ ਖਤਮ ਹੋ ਜਾਣਾ ਹੈ, ਕਿਉਂਕਿ ਜਿੰਨੇ ਮਰਨਾ ਹੁੰਦਾ ਉਹ ਜਿਉਂਦੇ ਜੀ ਮਰ ਗਿਆ। ਉਹਦੇ ਉਸੇ ਕਰਕੇ ਉਹਨਾਂ ਨੂੰ ਭੋਗਾਂ ਨੂੰ ਬੰਦਾ ਛੱਡਣਾ ਨਹੀਂ ਚਾਹੁੰਦਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਜਿਉਂਦੇ ਜੀ ਤੁਹਾਡੇ ਤੋਂ ਅਲੱਗ ਹੋ ਜਾਣਗੇ। ਜਿੱਦਾਂ ਨਾਰੀਅਲ ਦੀ ਗਿਰੀ ਹੁੰਦੀ ਆ, ਕਹਿੰਦੇ ਆ ਕਿ ਇੱਕ ਬ੍ਰਹਮ ਗਿਆਨੀ ਤੇ ਇੱਕ ਸਧਾਰਨ ਬੰਦੇ ਦੇ ਮਰਨ 'ਚ ਕੀ ਫਰਕ ਹੈ? ਕਹਿੰਦੇ ਕੇਵਲ ਇੰਨਾ ਫਰਕ ਆ, ਇੱਕ ਨਾਰੀਅਲ ਦੀ ਗਿਰੀ ਜਦੋਂ ਕੱਚੀ ਹੁੰਦੀ ਆ, ਜਦੋਂ ਟੁੱਟਦੀ ਆ ਨਾ, ਛਿਲਕਾ ਟੁੱਟਦਾ ਤੇ ਨਾਲ ਗਿਰੀ ਵੀ ਟੁੱਟ ਜਾਂਦੀ ਆ। ਪਰ ਬ੍ਰਹਮ ਗਿਆਨੀ ਕਹਿੰਦੇ ਪੱਕੇ ਨਾਰੀਅਲ ਵਾਂਗੂ ਹੁੰਦਾ, ਉਹ ਜਿਉਂਦੇ ਹੀ ਅਲੱਗ ਹੋ ਜਾਂਦਾ। ਬਾਹਰ ਗਿਆ ਕਹਿਣ ਤੋਂ ਭਾਵ ਸਰੀਰ ਟੁੱਟ ਗਿਆ, ਅੰਦਰਲੇ ਛਿਲਕੇ ਨੂੰ ਕੁਝ ਨਹੀਂ ਹੁੰਦਾ, ਬਿਲਕੁਲ ਉਸੇ ਤਰ੍ਹਾਂ ਬੈਠੀ ਰਹਿੰਦੀ। ਹਾਂ, ਪ੍ਰਕਿਰਤੀ ਛਿਲਕਾ ਕਦੋਂ ਟੁੱਟ, ਹਾਂ ਛਿਲਕਾ ਸਮਝ ਲਓ, ਪ੍ਰਕਿਰਤੀ ਸਮਝ ਲਓ, ਪ੍ਰਕਿਰਤੀ ਤੋਂ ਅਲੱਗ ਹੋ ਜਾਂਦਾ ਹੈ ਉਹ, ਕਿਉਂਕਿ ਪੱਕ ਗਿਆ ਉਹ। ਉਹਨੇ ਉਹਨਾਂ ਨੂੰ ਪਹਿਲਾਂ ਹੀ ਮਾਰ ਦਿੱਤਾ। ਠੀਕ ਹੈ ਜੀ। ਹਾਂਜੀ ਨਿਜਾ ਸਾਹਿਬ। ਅਗਲਾ ਸ਼ਲੋਕ ਆ ਗਿਆ, ਕਬੀਰ ਰਸ ਕੋ ਗਾਂਡੋ ਚੂਸੀਏ, ਗੁਣ ਕੋ ਮਰੀਏ ਰੋਏ। ਕਹਿੰਦੇ ਤੂੰ ਕੀ ਸਵਾਦਾਂ ਦੇ ਵਿੱਚ ਪਿਆ ਹੋਇਆ ਆ ਪਿਆਰਿਆ, ਇਹਨਾਂ ਦੇ ਵਿੱਚ ਰੱਜ ਹੈ ਹੀ ਨਹੀਂ ਤੇਰੇ ਸਵਾਦਾਂ ਦੇ ਵਿੱਚ। ਰਸ ਦੁਨੀਆ ਦੇ ਵਿੱਚ ਜਿਹੜਾ ਹੈਗਾ, ਇੱਕ ਰਸ ਹੈਗਾ, ਇੱਕ ਨਿਰਸ ਹੈਗਾ। ਅਵਗੁਣ ਹੈਗੇ ਤੇ ਗੁਣ ਹੈਗੇ। ਰਸ ਗੁਣਾਂ ਦੇ ਵਿੱਚ ਹੈਗਾ, ਅਵਗੁਣਾਂ ਦੇ ਵਿੱਚ ਨਹੀਂ ਹੈਗਾ। ਤੇ ਕਬੀਰ ਜੀ ਕਹਿੰਦੇ ਗੰਨਾ ਚੂਸਣਾ ਹੈ ਪਿਆਰਿਆ ਤੇ ਰਸ ਵਾਲਾ ਚੂਸ। ਗੁਣ ਲੈ ਗੁਣ, ਰਸ ਕੋ ਗਾਂਡੋ। ਕਬੀਰ ਰਸ ਕੋ ਗਾਂਡੋ ਚੂਸੀਏ, ਗੁਣ ਕੋ ਮਰੀਏ ਰੋਏ। ਕਹਿੰਦੇ ਗੁਣਾਂ ਨੂੰ ਰੋ, ਗੁਣਾਂ ਨੂੰ ਗ੍ਰਹਿਣ ਕਰੀ ਜਾ। ਅਵਗੁਣ ਆਰੇ ਮਾਨਸੈ, ਭਲੋ ਨਾ ਕਹਿ ਕੋਏ। ਜੇ ਅਵਗੁਣ ਲਏਗਾ, ਜਿਹੜੇ ਇਨਸਾਨ ਅਵਗੁਣ ਆਰੇ ਹੁੰਦੇ ਆ, ਨੈਗੇਟਿਵ ਹੁੰਦੇ ਆ, ਕੋਈ ਵੀ ਦੇਖ ਲਓ ਦੁਨੀਆ ਦੇ ਵਿੱਚ ਜਿਹੜਾ ਹੈਗਾ, ਦੁਨੀਆ ਦੇ ਵਿੱਚ ਉਹਨਾਂ ਨੂੰ ਕੋਈ ਭਲਾ ਨਹੀਂ ਕਹਿੰਦਾ ਤੇ ਪਰਲੋਕ ਦੇ ਵਿੱਚ ਉਹਨਾਂ ਦੀ ਵੈਲਕਮ ਹੋਊਗੀ। ਹਾਂਜੀ ਵੀਰ ਜੀ। ਠੀਕ ਹੈ ਜੀ। ਉਹ ਕਹਿੰਦੇ ਆ ਕਿ ਕੋਈ ਚੰਗਾ ਕੰਮ ਕਰੋ, ਬਸ ਤੁਹਾਡਾ ਜੀਵਨ ਉੱਚਾ ਜਾਊ। ਕਹਿੰਦੇ ਤੁਸੀਂ ਮਾੜਾ ਕੰਮ ਕਰੋ, ਤੁਹਾਨੂੰ ਸਮਾਜ ਨੇ ਵੀ ਗਾਲਾਂ ਹੀ ਕੱਢਣੀਆਂ। ਤੇ ਕੀ ਧਰਮਰਾਜ ਬੜਾ ਸਿਹਰਾ ਪਾਊ ਤੁਹਾਡੇ ਗੱਲ 'ਚ ਕਿ ਬੜਾ ਵਧੀਆ ਕੰਮ ਕਰਕੇ ਆਇਆ। ਇਹੋ ਸੋਚਣ ਦੀ ਲੋੜ ਹੈ। ਜੇ ਇੱਕ ਸਮਾਜ ਨਹੀਂ ਮੰਨਣ ਦਿਆ ਉਹ ਚੀਜ਼ ਨੂੰ, ਤੇ ਧਰਮਰਾਜ ਨੇ ਕਿੱਥੋਂ ਮੰਨਣਾ? ਇਸ ਕਰਕੇ ਕਹਿੰਦੇ ਆ ਕਿ ਜੋ ਚੀਜ਼ ਖਾਣੀ ਆ ਚੰਗੀ ਖਾ। ਬਿਲਕੁਲ। ਐਵੇਂ ਬੇਹੋਸ਼ੀ 'ਚ ਜੀਵਨ ਨਾ ਬਤੀਤ ਕਰ, ਕਿਉਂਕਿ ਤੇਰੀ ਬੇਹੋਸ਼ੀ ਜਿਹੜੀ ਹੈਗੀ ਹੈ ਨਾ, ਉਹ ਤੇਰੇ ਲਈ ਬਹੁਤ ਭਾਰੀ ਪੈਣੀ ਹੈ। ਜੀਵਨ ਹੈ ਹੀ ਸੱਚ। ਸੱਚ ਦਾ ਮਤਲਬ ਕੀ ਹੈ? ਸੱਚ ਵਰਗਾ ਹੋਣਾ ਪਊਗਾ। ਸੱਚ ਹੋਣਾ ਹੀ ਜੀਵਨ ਦੇ ਵਿੱਚ ਸਭ ਤੋਂ ਵੱਡੀ ਪ੍ਰਾਪਤੀ ਹੈ।
ਜਿਹੜਾ ਆਪਾਂ ਜੀਵਨ ਬਤੀਤ ਕਰਦੇ ਹਾਂ ਨਾ, ਬਹੁਤ ਘਟੀਆ ਜੀਵਨ ਆ, ਇੱਕ ਬਹੁਤ ਛੋਟੀ ਕਲਾਸ ਦਾ ਜੀਵਨ। ਕਹਿਣ ਤੋਂ ਭਾਵ ਇੱਕ ਬੰਦਾ ਸੀ ਤੇ ਉਹਦੇ ਪੂਰਵਜ ਉਹਦੇ ਲਈ ਸੋਨਾ ਨੱਪ ਕੇ ਘਰੇ, ਉਹ ਸਾਰੀ ਜ਼ਿੰਦਗੀ ਉਹਨੇ ਗਰੀਬੀ 'ਚ ਕੱਟੀ। ਹੈ ਤੇ ਮਾਲਕ ਹੀ ਸੀ, ਘਰ ਦੇ ਵਿੱਚ ਹੀ ਸੋਨਾ ਦੱਬਿਆ ਤੇ ਉਹਨੂੰ ਲੋਕੀ ਕਹਿੰਦੇ ਵੀ ਰਹੇ, ਭਾਈ ਦੇਖ ਤੇਰੇ ਘਰ 'ਚ ਨਾ ਸੋਨੇ ਦੀ ਦੇਗ ਦੱਬੀ ਆ, ਤੈਨੂੰ ਪੁੱਟ ਲਾ ਤੇ ਲੱਭ ਲਾ ਤੇ ਤੇਰਾ ਜੀਵਨ ਸੌਖਾ ਜੇ। ਉਹਨੇ ਵਿਸ਼ਵਾਸ ਹੀ ਨਹੀਂ ਕੀਤਾ। ਹੁਣ ਹੈ ਤੇ ਉਹ ਮਾਲਕ ਉਹ ਸੋਨੇ ਦਾ, ਇਸੇ ਤਰ੍ਹਾਂ ਹੀ ਵੀ ਮਾਲਕ ਆ ਆਤਮਾ ਦੇ, ਪਰ ਅਸੀਂ ਖੋਜ ਨਹੀਂ ਕਰਾਂਗੇ ਤੇ ਕਿੱਥੋਂ ਮਿਲੂਗਾ। ਨਿੱਕੇ ਨਿੱਕੇ ਟੋਏ ਪੁੱਟੀ ਜਾਂਦੇ ਆ, 50 ਟੋਏ ਪੁੱਟੇ ਆ ਤੇ ਉਹ ਤੇ ਕੁਛ ਨਹੀਂ ਪ੍ਰਾਪਤੀ ਹੋਣੀ। ਜੇਕਰ ਕੁਝ ਪ੍ਰਾਪਤ ਕਰਨਾ ਹੈ ਤੇ ਇੱਕ ਜਗ੍ਹਾ ਬਹਿ ਜਾਓ, ਪਹਿਲਾਂ ਮਾਣ ਬਣਾਓ ਆਪਣਾ, ਤੇ ਜਦੋਂ ਤੁਸੀਂ ਇੱਕ ਜਗ੍ਹਾ ਤੇ ਬਹਿ ਗਏ, ਅੱਜ ਨਹੀਂ ਤੇ ਕੱਲ ਨੂੰ ਤੁਸੀਂ ਪਹੁੰਚ ਹੀ ਜਾਣਾ ਹੈ। ਇਹ ਪ੍ਰਕਿਰਤੀ ਦਾ ਨਿਯਮ ਹੈ। ਮੇਰੇ ਤੁਰਨ ਦੇ ਨਾਲ ਯਾਤਰਾ ਆਪਣੇ ਆਪ ਹੀ ਸ਼ੁਰੂ ਹੋ ਜਾਣੀ। ਮੇਰਾ ਚੱਲਣਾ ਹੀ ਜੀਵਨ 'ਚ ਬਹੁਤ ਵੱਡਾ ਮਹੱਤਵਪੂਰਨ ਹੈ। ਦੇਖੋ ਨਦੀ ਜਦੋਂ ਚੱਲਦੀ ਆ, ਉਹ ਕਿਹੜੇ ਆਪਾਂ ਥੋੜੀ ਉਹਦਾ ਰਾਹ ਬਣਾਇਆ। ਨੇਜਾ ਸਾਹਿਬ, ਗੰਗਾ ਜਮਨਾ ਸਰਸਵਤੀ ਆਪੇ ਬਣਾਇਆ ਉਹਨਾਂ ਨੇ ਰਾਹ, ਆਪੇ ਜਦੋਂ ਚੱਲੀਆਂ ਤੇ ਪਹੁੰਚ ਗਈਆਂ। ਉਹਨਾਂ ਨੇ ਨਿਮਾਣ ਵੱਲ ਨੂੰ ਚੱਲੀ ਜਾਣਾ, ਨਿਮਾਣ ਵੱਲ ਨੂੰ ਚੱਲੀ ਜਾਣਾ ਹੈ ਬਸ। ਹਾਂ, ਉਹਨਾਂ ਨੇ ਚੱਲੀ ਜਾਣਾ ਔਰ ਦਿਨ ਰਾਤ ਚੱਲਦੀਆਂ ਨੇ ਉਹ। ਇੱਕ ਦਿਨ 'ਚ ਨਹੀਂ ਸਮੁੰਦਰ 'ਚ ਲੀਨ ਹੁੰਦਾ ਪਾਣੀ। ਉਹਦਾ ਸਫ਼ਰ ਵੇਖੋ, ਪਤਾ ਨਹੀਂ ਕਿੰਨੇ ਕਿੰਨੇ ਟਾਈਮ ਦੀਆਂ ਤੁਰੀਆਂ ਤੇ ਕਦੋਂ ਜਾ ਕੇ ਪਹੁੰਚਦੀਆਂ। ਉਹਨਾਂ ਦੀ ਗਤੀ ਹੀ ਪਰਮਾਤਮਾ ਤੱਕ ਉਹਨਾਂ ਨੂੰ ਲੈ ਜਾਂਦੀ ਹੈ। ਕਹਿਣ ਤੋਂ ਭਾਵ ਉਹ ਸਮੁੰਦਰ ਇੱਕ ਦੇਵਤਾ ਹੈ, ਉੱਥੇ ਪਹੁੰਚ ਜਾਂਦੀਆਂ ਤੇ ਸ਼ਾਂਤ ਹੋ ਜਾਂਦੀਆਂ, ਫਿਰ ਉਹਦਾ ਰੂਪ ਹੋ ਜਾਂਦੀਆਂ। ਬਿਲਕੁਲ, ਇਹ ਐਡੀਆਂ ਵੱਡੀਆਂ ਵਿਸ਼ਾਲ ਨਦੀਆਂ ਨੇ। ਠੀਕ ਹੈ, ਇਸੇ ਆਵਾਜ਼ ਬੰਦ ਹੋ ਗਈ ਜੀ। ਗੁਰਕੀ ਸਾਹਿਬ, ਆਵਾਜ਼ ਬੰਦ ਹੋ ਗਈ ਤੁਹਾਡੀ। ਉਹਨਾਂ ਦਾ ਕਨੈਕਸ਼ਨ ਟੁੱਟ ਗਿਆ ਜੀ। कबीर रस को गांडो चूसिए, गुण को मरिए रोए, अवगन यारे मानसा ਭਲੋ ਨਾ ਕਹਿ ਕੋਏ। ਕਹਿੰਦੇ ਜੇ ਤੂੰ ਨਹੀਂ ਜਿਹੜੇ ਹੈਗੇ ਗੁਣ ਗ੍ਰਹਿਣ ਕੀਤੇ ਤੇ ਤੈਨੂੰ ਕਿਸੇ ਨੇ ਵੀ ਭਲਾ ਨਹੀਂ ਕਹਿਣਾ। ਜੇ ਤੂੰ ਗੁਣ ਨਹੀਂ ਲਏਗਾ ਤੇ ਅਵਗੁਣ ਤਾਂ ਤੇਰੇ ਜਿਹੜੇ ਆ ਭਰਪੂਰ ਹੋਣਗੇ। ਅਵਗੁਣ ਤਾਂ ਆ ਹੀ ਜਾਣੇ ਆ ਤੇਰੇ ਕੋਲ, ਅਵਗੁਣਾਂ ਨੇ ਤਾਂ ਪ੍ਰਗਟ ਹੋ ਹੀ ਜਾਣਾ ਹੈ। ਗੁਣ ਵੀ ਹੈਗੇ, ਹਰੇਕ ਇਨਸਾਨ ਦੇ ਅੰਦਰ ਮਾਲਕ ਨੇ ਗੁਣ ਤੇ ਅਵਗੁਣ ਦੋਨੋਂ ਪਾਏ ਹੋਏ। ਆਪਾਂ ਨੇ ਗੁਣਾਂ ਦੇ ਨਾਲ ਜਿਹੜਾ ਗੁਣਾਂ ਨੂੰ ਆਪਣੇ ਵਿਵਹਾਰ 'ਚ ਲਿਆਵਾਂਗੇ, ਗੁਣ ਪ੍ਰਗਟ ਹੋ ਜਾਂਦੇ ਆ। ਉਹਦਾ ਇਨਸਾਨ ਦਾ ਨੇਚਰ ਗੁਣਾਂ ਵਾਲਾ ਹੋ ਜਾਂਦਾ ਹੈ, ਸੱਤ ਆ ਜਾਂਦਾ ਉਹਦੇ ਜੀਵਨ ਦੇ ਵਿੱਚ। ਔਰ ਜੇ ਜਿਹੜੇ ਹੈਗੇ ਆਪਾਂ ਨਹੀਂ ਗੁਣ ਪ੍ਰਗਟ ਕਰਦੇ ਤੇ ਅਵਗੁਣਾਂ ਦੇ ਨਾਲ ਜਿਹੜਾ ਹੈਗਾ ਨਾ ਇੱਥੇ ਲੋਕ ਦੇ ਵਿੱਚ ਜਿਹੜਾ ਹੈਗਾ ਆਪਣੀ ਸੋਭਾ ਹੋਣੀ ਹੈ, ਨਾ ਹੀ ਜਿਹੜਾ ਹੈ ਪਰਲੋਕ ਦੇ ਵਿੱਚ ਹੋਣੀ। ਤੇ ਇਸ ਤੋਂ ਅੱਗੇ 73ਵਾਂ ਸ਼ਲੋਕ। ਕਬੀਰ ਗਾਗਰ ਜਲ ਭਰੀ, ਆਜ ਕਾਲ ਜਾ ਹੈ ਫੂਟ, ਗੁਰ ਜੋ ਨ ਚੇਤੇ ਆਪਨੋ, ਅਧ ਮਾਜ ਲੀਜेंगे ਲੂਟ। ਇਹ ਕਬੀਰ ਜੀ ਕਹਿ ਰਹੇ ਕਿ ਦੇਖ ਮਿੱਤਰਾ ਪਿਆਰਿਆ, ਮੇਰੇ ਮਨਾ, ਤੂੰ ਸੋਚਦਾ ਆ ਜਿਹੜਾ ਤੈਨੂੰ ਸਰੀਰ ਮਿਲਿਆ ਹੋਇਆ ਆ ਪਿਆਰਿਆ, ਇਹ ਤਾਂ ਗਾਗਰ, ਪਾਣੀ ਦੀ ਗਾਗਰ ਆ। ਭਰੀ ਹੋਈ ਗਾਗਰ ਤੈਨੂੰ ਦਿੱਤੀ ਸੀ, ਖਾਲੀ ਹੋਈ ਜਾ ਰਹੀ, ਇਹਨੇ ਫੁੱਟ ਜਾਣਾ ਸਰੀਰ ਨੇ। ਅੱਜ ਨਹੀਂ ਤਾਂ ਕੱਲ ਜਿਹੜਾ ਹੈਗਾ ਇਹਨੇ ਫੁੱਟ ਜਾਣਾ ਭਾਈ, ਖਤਮ ਹੋ ਜਾਣਾ। ਤੇਰੀ ਜਿਹੜੀ ਹੈਗੀ ਤੂੰ ਵਿਚਾਲੇ ਹੀ ਰਹਿ ਜਾਣਾ ਹੈ ਇਹ ਸੰਸਾਰ ਸਮੁੰਦਰ ਦੇ, ਤਰਨਾ ਹੈ ਨਹੀਂ। ਨਾ ਤੈਨੂੰ ਪਿੱਛੇ ਪਹਿਲਾਂ ਸਟਾਰਟ ਪੁਆਇੰਟ 'ਤੇ ਮਿਲਣਾ ਹੈ, ਨਾ ਉਰਵਾਰ ਤੇ ਨਾ ਪਾਰ। ਵਿਚਾਲੇ ਜਿਹੜਾ ਹੈ ਅੱਧ ਬੀਚ ਦੇ ਅੱਧ ਵੱਟ ਦੇ ਵਿੱਚ, ਅੱਧ ਵਿਚਾਲੇ ਜਿਹੜਾ ਹੈਗਾ ਤੇਰੀ ਸੰਸਾਰ ਸਮੁੰਦਰ ਦੇ ਵਿੱਚ, ਜੂਨਾਂ ਦੇ ਵਿੱਚ ਤੇਰੀ ਗਾਗਰ ਜਿਹੜੀ ਆ ਪੁੱਟਣੀ ਆ। ਉੱਥੇ ਤੈਨੂੰ ਲੁੱਟ ਲੈਣਾ ਕਾਮ ਕ੍ਰੋਧ ਲੋਭ ਹੰਕਾਰ ਨੇ, ਐਂਡ ਕਰ ਦੇਣਾ ਤੇਰੇ ਸਫ਼ਰ ਦਾ ਐਂਡ ਕਰ ਦੇਣਾ ਉਹਨਾਂ ਨੇ। ਤੇਰਾ ਐਂਡ ਜਿਹੜਾ ਹੈਗਾ, ਤੂੰ ਜਿਹੜਾ ਸਰੀਰ ਚਲੇ ਜਾਣਾ ਹੈ ਤੇ ਫਿਰ ਭੋਗੀ ਜੂਨਾਂ 'ਚ ਪਤਾ ਨਹੀਂ ਕਦੋਂ। ਉੱਥੇ ਵੀ ਵੇਟਿੰਗ ਲਿਸਟ ਹੈਗੀ ਆ, 1 ਜੂਨ ਦੀ ਵੇਟਿੰਗ ਲਿਸਟ ਹੈਗੀ ਆ। ਕਬੀਰ ਗਾਗਰ ਜਲ ਭਰੀ, ਆਜ ਕਾਲ ਜੈ ਹੈ ਫੂਟ, ਗੁਰ ਜੋ ਨਾ ਚੇਤੇ ਆਪਨੋ, ਅਧ ਮਾਜ ਲੀਜेंगे ਲੂਟ। ਕਹਿੰਦੇ ਨਹੀਂ ਧਿਆਨ ਸਿਮਰਨ ਕਰਦੇ,
ਜੋ ਗੁਰੂ ਕਹਿ ਰਹੇ, ਜੋ ਬ੍ਰਹਮ ਗਿਆਨੀ ਕਹਿ ਰਹੇ ਆ, ਉਹਨਾਂ ਦੀ ਗੱਲ ਦੇ ਉੱਤੇ ਨਹੀਂ ਜਿਹੜਾ ਹੈਗਾ ਵਿਸ਼ਵਾਸ ਆਉਂਦਾ, ਉਹਨਾਂ ਦੇ ਅਨੁਸਾਰ ਜਿਹੜਾ ਹੈਗਾ ਨਹੀਂ ਆਪਣੇ ਜੀਵਨ, ਉਹਨਾਂ ਦੀ ਮੱਤ ਜਿਹੜੀ ਹੈਗੀ ਨਹੀਂ ਲੈ ਕੇ ਆਉਂਦੇ, ਵਿਵੇਕ ਬੁੱਧੀ ਨਹੀਂ ਲੈਂਦੇ, ਤੇ ਭਾਈ ਫਿਰ ਅੱਧ ਵਿੱਚ ਜਿਹੜਾ ਹੈਗਾ ਆਪਾਂ ਨੇ ਲੁੱਟਿਆ ਜਾਣਾ ਹੈ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਜਿਹੜਾ ਹੈਗਾ ਇਹਨਾਂ ਨੇ ਲੁੱਟ ਲੈਣਾ ਹੈ ਆਪਣੇ ਸਵਾਸ, ਮਨੁੱਖਾ ਜੂਨ ਲੁੱਟੀ ਜਾਣੀ ਹੈ, ਪੱਲੇ ਆਪਾਂ ਨੂੰ ਕੁਛ ਮਿਲਣਾ ਨਹੀਂ ਹੈ। ਸੁਖਵਿੰਦਰ ਜੀ ਆ ਜਾਓ ਤੁਸੀਂ ਜਦ ਤੱਕ ਗੁਰਕੀ ਜੀ ਆਉਂਦੇ। ਹਾਂਜੀ ਨਿਜਾ ਸਾਹਿਬ ਮੈਂ ਆ ਗਿਆ। ਹਾਂਜੀ ਓਕੇ ਜੀ, ਓਕੇ ਠੀਕ ਹੈ ਜੀ। ਹਾਂਜੀ ਠੀਕ ਹੈ ਜੀ। ਨਿਜਾ ਸਾਹਿਬ ਦੇਖੋ, ਕਹਿੰਦੇ ਕਬੀਰ ਗਾਗਰ ਜਲ ਭਰੀ ਆਜ ਕੱਲ ਜਾਏ ਇਹ ਫੂਟ। ਕਹਿੰਦੇ ਗਰੰਟੀ ਨਹੀਂ, ਕੱਲ ਵੀ ਨਹੀਂ ਤੇ ਅੱਜ ਵੀ ਫੁੱਟ ਸਕਦੀ ਹੈ, ਰਾਤ ਨੂੰ ਫੁੱਟ ਸਕਦੀ ਹੈ, ਆਪਣੇ ਚ ਕਿਸੇ ਦੀ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਠੀਕ ਹੈ, ਜਿਆਦਾ ਲੰਮੇ ਚੱਕਰਾਂ ਚ ਨਾ ਪਿਆ ਕਰੋ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛਿਆ ਸੀ, ਮਰਦਾਨਾ ਜੀ ਨੇ ਸਵਾਲ ਕੀਤਾ ਸੀ ਕਿ ਕਹਿੰਦੇ ਕਿ ਗੁਰੂ ਨਾਨਕ ਪਾਤਸ਼ਾਹ ਨੇ ਦੱਸਿਆ ਕਿ ਤੂੰ ਮਰਦਾਨਿਆਂ ਕਿੰਨੇ ਕੁ ਸਵਾਸ, ਉਹ ਨੇ ਦੱਸਿਆ ਕਿ ਇਦਾਂ ਹਿਸਾਬ ਦਾ ਲਾਇਆ, ਦੱਸਿਆ ਕੁਛ ਅਮਾਊਂਟ ਮੈਨੂੰ ਨਹੀਂ ਪਤਾ। ਫਿਰ ਬਾਲਾ ਜੀ ਨੂੰ ਪੁੱਛਿਆ ਮਰਦਾਨੇ ਤੋਂ ਬਾਅਦ, ਕਹਿੰਦੇ ਤੁਸੀਂ, ਕਹਿੰਦੇ ਅਸੀਂ ਵੀ ਕੋਈ ਟਾਈਮ ਦੱਸਿਆ। ਤੇ ਗੁਰੂ ਨਾਨਕ ਪਾਤਸ਼ਾਹ ਤੋਂ ਫਿਰ ਉਹਨਾਂ ਨੇ ਉਹ ਸਵਾਲ ਘੁਮਾ ਕੇ ਕਰਤਾ ਕਿ ਮਹਾਰਾਜ ਤੁਸੀਂ ਕਿੰਨੇ ਕੁ ਸਵਾਸਾਂ ਦੀ ਗੱਲ ਕਰਦੇ ਜੋ? ਉਹ ਕਹਿੰਦੇ ਹਮ ਆਦਮੀ ਹਾਂ ਇੱਕਦਮੀ। ਬਸ ਮੋਹਲਤ ਮੋਹਤ ਨਾ ਜਾਣਾ, ਨਾਨਕ ਬਿਨਵੇ ਤਿਸੇ ਸਿਰੇਵੋ ਜਾ ਕੇ ਜੀ ਪੁਰਾਣਾ। ਬਸ ਉਹ ਕਹਿੰਦੇ ਲੰਮੀ ਚੌੜੀ ਕਹਾਣੀ ਨਹੀਂ ਹੈ ਭਾਈ, ਮੈਨੂੰ ਤੇ ਇੱਕ ਦਮ ਦੇ, ਮੇਰਾ ਦਮ ਜਿਹੜਾ ਮੇਰਾ ਚੱਲਦਾ, ਜਿੱਦਾਂ ਆਪਾਂ ਦਮ ਸਾਰ ਕਰ ਰਹੇ ਹਾਂ, ਆਹ ਦਮ ਤੁਹਾਡੇ ਲੱਗ ਰਿਹਾ ਨਾ, ਇਹ ਇੱਕ ਦਮ ਦੀ ਗੱਲ ਹੋ ਰਹੀ ਹੈ। ਬਿਲਕੁਲ। ਜੀਵਨ ਚ ਜਦੋਂ ਸਾਧ ਸੰਗਤ ਜੀ 105 ਬੰਦੇ ਜੋ ਤੁਸੀਂ, ਠੀਕ ਹੈ, ਬੰਦੇ ਬੁੱਢੀਆਂ ਇਕੱਠੇ, ਮੈਂ ਚਲੋ ਨਾਰੀ ਸਮਝਦਾ, ਨਾਰੀ ਤਾਂ ਕੋਈ ਨਹੀਂ ਹੈਗੀ, ਹਰ ਪੁਰਸ਼ ਹੀ ਆ। ਇੱਕ ਸਮਾਂ ਆਊਗਾ ਜਦੋਂ ਤੁਸੀਂ ਸੰਸਾਰ ਤੋਂ ਜਾਓਗੇ ਤੇ ਤੁਸੀਂ ਮੇਰੀ ਗੱਲ ਯਾਦ ਕਰਨੀ ਜੇ, ਪੱਕੀ ਤਰ੍ਹਾਂ ਯਾਦ ਕਰਿਓ। ਇਹ ਜਿਹੜਾ ਸੰਗ ਕੀਤਾ ਨਾ, ਇਹ ਤੁਸੀਂ ਖੁਦ ਵੇਖਣਾ ਕਿ ਵਾਹ ਸ਼ੁਕਰ ਹੈ ਮੈਂ ਕਦੇ ਇੱਧਰ ਵੀ ਤੁਰ ਗਿਆ ਤੇ ਅੱਜ ਮੇਰੇ ਪੱਲੇ ਆ ਕੁਛ ਵਸਤੂ ਮੰਗਣੀ ਅਗਲੇ ਬੰਨੇ। ਇਹਨੇ ਭਾਰੂ ਪੈਣਾ ਹੈ, ਆਪਣੇ ਪੁਰਾਣੇ ਜੀਵਨ ਦੇ ਉੱਤੇ ਭਾਰੂ ਪੈਣਾ ਹੈ, ਇਹਦੀ ਕੀਮਤ ਜ਼ਿਆਦਾ ਲੱਗ ਜਾਣੀ ਹੈ ਉੱਤੇ। ਉੱਥੇ ਕਹਿੰਦੇ ਉਹਾਂ ਨਾਮ ਸਹਾਈ, ਉੱਥੇ ਨਾਮ ਸਹਾਈ ਹੋਣਾ ਤੇਰੇ। ਬਿਲਕੁਲ। ਕਿਉਂਕਿ ਉੱਥੇ ਇਨਵੈਸਟਮੈਂਟ ਕੀਤੀ ਹੈ ਬੈਂਕ ਚ ਤੁਸੀਂ, ਹੋਣ ਕਰਕੇ ਬਹੁਤ ਪੈਸੇ। ਹੁਣ ਮੇਰੇ ਵਰਗੇ ਨੇ ਕਿਤੇ ਜਮਾ ਨਹੀਂ ਕੀਤੇ, ਥੋੜੀ ਜਿਹੀ FD ਕਰਾਈ, ਉਹ ਵੀ ਤੋੜਨ ਨੂੰ ਫਿਰਦਾ ਮੈਂ। ਜਦੋਂ ਥੋੜੀ ਉਮਰ ਚ ਆਪਾਂ ਕੋਈ ਜਮਾ ਕਰਾ ਲੈਂਦੇ ਆ ਦੁਖੀਆਂ ਬੈਂਕ ਦੇ ਵਿੱਚ, ਤੇ ਇੱਕ ਸਮਾਂ ਆਉਂਦਾ ਪਹਿਲਾਂ 5-7 ਸਾਲ ਤੇ ਘੱਟ ਦੇ ਵੱਧਦੇ ਨਹੀਂ, ਮੁੜ ਕੇ ਜਦੋਂ ਵਾਵਾ ਟਾਈਮ ਹੋ ਜਾਂਦਾ ਨਾ ਫਿਰ ਬੜੇ ਗੁਣਾ ਹੋ ਜਾਂਦੇ ਆ। ਇਸੇ ਹੀ ਤਰ੍ਹਾਂ ਇਹ ਧਰਮ ਜਿਹੜਾ ਹੈ ਉਹ ਸਾਡੇ ਜੀਵਨ ਚ ਜਦੋਂ ਅਸੀਂ ਸ਼ੁਰੂਆਤ ਕਰਦੇ ਹਾਂ ਫਿਰ ਵੱਧਦਾ 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 ਵੱਧਦਾ। ਜਿੱਦਾਂ ਸਨੋਬਾਲ ਵੇਖੀ ਆ, ਜਦੋਂ ਪਹਾੜ ਤੋਂ ਰੇਤਾ ਦਾ ਬਾਲ ਡਿੱਗਦਾ ਹੈ ਨਾ, ਜਿਵੇਂ ਜਿਵੇਂ ਥੱਲੇ ਆਉਂਦਾ ਮੋਟਾ ਹੀ ਜਾਂਦਾ। ਉਸੇ ਹੀ ਤਰ੍ਹਾਂ ਜਦੋਂ ਤੁਸੀਂ ਬੰਦਗੀ ਸ਼ੁਰੂ ਕਰਦੇ ਤੇ ਪ੍ਰਮਾਤਮਾ ਨੇ ਉਹਨੂੰ ਐਂਪਲੀਫਾਈ ਕਰਨਾ ਹੁੰਦਾ। ਜੋ ਅਸੀਂ ਕਰਦੇ ਹਾਂ ਉਹਦੇ ਬਦਲੇ ਨਹੀਂ ਹੈ, ਜੋ ਮਿਲਦੀ ਹੈ ਉਹ ਬਹੁਤ ਉੱਪਰ ਦੀ ਗੱਲ ਹੈ। ਪਰ ਉਹ ਜਦੋਂ ਪ੍ਰਕਿਰਤੀ ਵਹਿੰਦੀ ਹੈ ਤੇ ਪ੍ਰਕਿਰਤੀ ਨੇ ਉਹਨੂੰ ਭਾਗ ਬਹੁਤ ਲਾਉਣਾ ਹੁੰਦਾ, ਤੇ ਫਿਰ ਉਹ ਇੱਕ ਅਲੱਗ ਹੀ ਮਜ਼ਾ ਹੈ। ਆਪ ਜਸਟ ਦੇਖੋ, ਇੱਕ ਬੰਨੇ ਆਪਾਂ ਛੋਟੇ ਮੋਟੇ ਸੁੱਖ ਭੋਗਾਂ ਨੂੰ ਭੋਗਾਂਗੇ ਤੇ ਦੂਜੀ ਤਰਫ ਪ੍ਰਮਾਤਮਾ ਬੈਠਾ ਹੈ ਜਿਹੜਾ ਇੰਤਜ਼ਾਰ ਚ ਬੈਠਾ ਹੈ, ਪਤਾ ਹੀ ਨਹੀਂ ਕਿੱਡੇ ਕਿ ਜਨਮਾਂ ਦਾ ਬੈਠਾ ਹੈ। ਕੋਈ ਮਾਈ ਦਾ ਲਾਲ ਹੈ, ਇਸ ਮੇਰੀ ਮਾਇਆ ਚੋਂ ਬਾਹਰ ਨਿਕਲ ਕੇ ਆ ਜਾ। ਇੱਕ 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 ਤੇ ਜਦੋਂ ਨਿਕਲ ਕੇ ਆਉਂਦਾ ਹੈ ਤੇ ਸੱਚੀ ਪ੍ਰਮਾਤਮਾ ਐਪਰੀਸ਼ੀਏਟ ਕਰ। ਮੈਂ ਤੇ ਚੈਲੰਜ ਕਰਕੇ ਵੇਖਿਆ, ਕਈ ਵਾਰੀ ਪਰਤਾ ਕੇ ਵੇਖਿਆ, ਪਾਵਰ ਪ੍ਰਗਟ ਹੋ ਜਾਂਦੀ, ਬਹੁਤ ਪਾਵਰਫੁਲ ਹੈ। ਪਰ ਜੇਕਰ ਉਹਨੂੰ ਛੱਡ ਕੇ ਆਪਾਂ ਇੱਧਰ ਐਵੇਂ ਹੀ ਤੁਰੇ ਫਿਰਾਂਗੇ ਤੇ ਉਹ ਫਿਰ ਉਹ ਕਹਿੰਦੇ ਕਿ ਤੇਰੀ ਗਾਗਰੀ ਫੁੱਟ ਜਾਣੀ ਆ, ਅੱਜ ਨਹੀਂ ਤੇ ਕੱਲ ਨੂੰ ਫੁੱਟ ਜੂਗੀ, ਗਰੰਟੀ ਤੇ ਕੋਈ ਨਹੀਂ। ਬਾਕੀ ਪ੍ਰਮਾਤਮਾ ਨੂੰ ਕੋਈ ਫਰਕ ਨਹੀਂ ਪੈਂਦਾ, ਅਸੀਂ ਜਾਈਏ ਨਾ ਜਾਈਏ। ਨਿੱਜਾ ਸਾਹਿਬ, ਇਹ ਵੀ ਇੱਕ ਮਨ ਚ ਲੋਕਾਂ ਨੇ ਵਹਿਮ ਪਾ ਕੇ ਰੱਖਿਆ ਕਿ ਪਤਾ ਨਹੀਂ ਪ੍ਰਮਾਤਮਾ ਦਾ ਕਿੰਨਾ ਕੁ ਕੰਮ ਰੁਕਿਆ ਸਾਡੇ ਬਿਨਾਂ। ਜੋ ਅਸੀਂ ਕਰਨਾ ਹੈ ਨਾ, ਉਹੀ ਕੇਵਲ ਆਪਣੇ ਲਈ ਕਰਨਾ ਹੈ। ਇਹ ਫੈਕਟ ਹੈਗਾ। ਤੁਸੀਂ ਜੋ ਵੀ ਕਰੋਗੇ ਤੁਸੀਂ ਆਪਣੇ ਲਈ ਕਰੋਗੇ, ਅੱਜ ਨਹੀਂ ਕੱਲ ਨੂੰ ਨਹੀਂ, ਲੱਖ ਕਰੋੜ ਹਜ਼ਾਰ ਅਰਬ ਖਰਬ ਜਨਮ ਤੋਂ ਬਾਅਦ ਵੀ ਤੁਹਾਨੂੰ ਕਰਨਾ ਹੀ ਪੈਣਾ, ਹੋਰ ਕੋਈ ਚਾਂਸ ਹੀ ਨਹੀਂ ਹੈਗਾ।
ਦੇਖੋ ਜਿਹੜੀ ਖੇਡ ਚਾਲੂ ਹੋ ਗਈ ਹੈ ਨਾ, ਇਹਨੂੰ ਬੰਦ ਕਰਨ ਦਾ ਤਰੀਕਾ ਇੱਕੋ ਹੀ ਹੈ, ਭਗਤੀ ਕਰੋਗੇ ਤੇ ਬੰਦ ਹੋਣੀ ਹੈ, ਨਹੀਂ ਕਰੋਗੇ ਤੇ ਨਹੀਂ ਬੰਦ ਹੋਊਗੀ, ਇਹ ਗਰੰਟੀ ਹੈ। ਕਬੀਰ ਜੀ ਕਹਿ ਰਹੇ ਨੇ, ਹਰ ਇੱਕ ਸੰਤ, ਹਰ ਇੱਕ ਬ੍ਰਹਮ ਗਿਆਨੀ ਕਹਿ ਰਿਹਾ ਹੈ, ਐਸੀ ਮਰਨੀ ਜੋ ਮਰੇ ਬੌੜ ਨਾ ਮਰਨਾ ਹੋਵੇ, ਉਸ ਨੂੰ ਮਰਨਾ ਪਊਗਾ। ਉਸ ਜਿਹੜਾ ਉਹ ਆਪਾਂ ਨੱਪਿਆ ਨਹੀਂ, ਐਕਸੀਲੇਟਰ ਗੱਡੀ ਦਾ ਇੱਕ ਹੁੰਦਾ ਨੀ ਜਿੱਥੇ ਰੇਸ ਦੇਈਦੀ ਆ, ਉੱਥੇ ਪੈਰ ਚੁੱਕਣਾ ਪੈਣਾ ਤੁਹਾਨੂੰ, ਕਿਉਂਕਿ ਉਹਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਉਹ ਕਾਰਨ ਸਿਰ ਚ ਫਿਊਲ ਜਾ ਰਿਹਾ ਵਾ, ਉਹਨੇ ਚੱਲੀ ਜਾਣਾ ਵਾ, ਇੰਜਣ ਥੋੜੀ ਬੰਦ ਹੁੰਦੇ ਕਦੇ। ਬਿਲਕੁਲ ਉਹ ਤੁਸੀਂ ਪੂਰਾ ਨੱਪ ਕੇ ਬੈਠੇ, ਮੇਰੇ ਵਰਗੇ ਨੇ ਪੈਰਾਂ ਅਗਲੇ ਬੰਨੇ ਜੀ ਚੈਸੀ ਨੂੰ ਟੱਚ ਹੋਇਆ ਪਿਆ, ਇੰਨਾ ਨੱਪਿਆ। ਤੇ ਉਹ ਮੇਰੇ ਵਰਗਾ ਸੋਚਦਾ ਚੈਸੀ ਪੜ ਕੇ ਅਗਲੇ ਬੰਨੇ ਭੇਜਦਾ, ਪਤਾ ਨੀ ਮੈਂ ਗੱਡੀ ਨੂੰ, ਕਾਰ ਨੂੰ ਜਹਾਜ਼ ਬਣਾਇਆ ਮੈਂ, ਇੰਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ। ਪਰ ਉਹ ਕਹਿੰਦੇ ਨਹੀਂ, ਤੂੰ ਪੈਰ ਨੂੰ ਪਿੱਛੇ ਕਰ ਲੈ, ਗੱਡੀ ਬੰਦ ਹੋ ਜਾਊਗੀ। ਕਿਉਂਕਿ ਨਹੀਂ ਕਰੇਗਾ ਤਾਂ ਨਹੀਂ ਬੰਦ ਹੋਣੀ ਹੈ, ਇਹ ਗੱਡੀ ਤੁਰੀ ਜਾਣੀ ਹੈ। ਬਿਲਕੁਲ, ਮਨ ਨੂੰ ਕੰਟਰੋਲ ਕਰਨਾ ਪੈਣਾ ਬਸ। ਮਨ ਨੂੰ ਦੱਪੀ ਜਾਣੇ, ਲੀਵਰ ਜਾਂ ਤੇ ਹੈਗਾ ਹੀ ਉਹ ਪੈਡਲ ਜਿਹਾ, ਪੈਰ ਰੱਖਿਆ, ਮਨ ਹੈ ਉਹ ਤੁਹਾਡਾ, ਉਹ ਨੱਪਿਆ ਪਿਆ ਅਗਲਾ, ਉਹ ਚੀਜ਼ਾਂ ਨਾਲ ਨੱਪਿਆ। ਤੁਸੀਂ ਇੱਛਾ ਕਰਨ ਦੇ ਜੋ ਇੱਛਾ ਧਾਰੀ ਹੈਗੇ, ਜੋ ਇੱਛਾ ਦੇ ਨਾਲ ਹੀ ਨੱਪਿਆ ਪਿਆ। ਪਰ ਜਦੋਂ ਨੱਪਿਆ ਪਿਆ ਤਾਂ ਤੁਰਿਆ ਜਾਂਦਾ ਵਿਚਾਰਾ, ਉਹ ਕੀ ਕਰੇ? ਤੁਹਾਡੀ ਬੁੱਧੀ ਉਹਨੂੰ ਕਾਉਂਸਲ ਕਰਦੀ ਪਈ ਆ, ਸਮਝਾਉਂਦੀ ਆ, ਉਹ ਕਹਿੰਦੀ ਆ ਭੋਗ। ਉੱਥੇ ਜਾਂਦੇ ਤੁਸੀਂ ਕਹਿੰਦੇ ਜੋ, ਤੁਸੀਂ ਅੱਜ ਜਸਟ ਮੇਰੀ ਗੱਲ ਨੂੰ ਸੋਚੋ, ਜਿਹੜੀ ਔਰਤ ਜਾਂ ਮਰਦ ਦੀ ਤੁਸੀਂ ਇੱਛਾ ਕੀਤੀ ਸੀ, ਅੱਜ ਤੁਸੀਂ ਉੱਥੇ ਬੈਠੇ ਜੋ, ਨਹੀਂ ਤੁਸੀਂ ਅੱਗੇ ਤੁਰ ਗਏ ਜੋ, ਹੋਰ ਕਿ ਸਟੈਪ ਅਪ ਕਰ ਲਿਆ। ਉਹ ਤੇ ਬੰਦੇ ਨੂੰ ਛੱਡਤਾ, ਤੁਸੀਂ ਕਹਿੰਦੇ ਚਿੜੀ ਬੈਠੀ ਛੱਡੋ ਖੜਾ, ਅਗਲੀ ਔਰਤ ਨੂੰ ਫੜੀਏ। ਜਿਹੜੀ ਚੀਜ਼ ਤੁਸੀਂ ਅੱਜ ਤੋਂ 40-50 ਸਾਲ ਪਹਿਲਾਂ ਇੱਛਾ ਕੀਤੀ ਸੀ, ਤੁਹਾਡੇ ਜੀਵਨ ਦਾ ਮਕਸਦ ਸੀ, ਜਦੋਂ ਮਿਲ ਗਈ ਆ ਤੁਸੀਂ ਉਹਨੂੰ ਛੱਡਤਾ, ਤੁਸੀਂ ਅੱਗੇ ਤੁਰ ਪਏ ਜੋ। ਜਿਹਦੇ ਮਗਰ ਆਪਾਂ ਭੱਜ ਰਹੇ ਹਾਂ ਉਹ ਵੀ ਮਿਲ ਜਾਣੀ ਆ, ਫਿਰ ਆਪਾਂ ਉਤੋਂ ਅੱਗੇ ਹੋਰ ਤੁਰ ਪੈਣਾ। ਏਦਾਂ ਕਰਦਾ ਬੰਦਾ ਆਪ ਹੀ ਤੁਰ ਜਾਂਦਾ, ਗਾਗਰ ਟੁੱਟ ਜਾਂਦੀ ਹੈ, ਆਪ ਹੀ ਤੁਰ ਜਾਂਦਾ, ਆਪ ਹੀ ਤੁਰ ਜਾਂਦਾ। ਫਿਰ ਤੁਰ ਜਾਂਦਾ, ਫਿਰ ਕਿ ਤਪਸਤਾਨੀ ਤੇ ਕਿਆ ਫਾਇਦਾ ਜਬ ਚਿੜੀਆ ਚੁੱਗ ਗਈ ਖੇਤ। ਫਿਰ ਤੇ ਸਤਿ ਸ੍ਰੀ ਅਕਾਲ ਹੀ ਹੋ ਗਈ ਹੈ। ਹਾਂਜੀ ਨਜਰ ਸਾਹਿਬ ਅੱਗੇ ਚੱਲੀਏ। ਅੱਗੇ ਕਹਿੰਦੇ ਇੱਕ ਭਾਈ ਦੇਖ, ਰਸਤਾ ਇੱਕੋ ਹੀ ਹੈਗਾ, ਸਿਰਫ ਇੱਕ ਰਸਤਾ ਹੈਗਾ, ਕੱਢਣਾ ਮਾਲਕ ਨੇ ਹੈਗਾ। ਤੈਨੂੰ ਜਿਹੜਾ ਹੈਗਾ, ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ, ਇਹਨਾਂ ਦੇ ਨਾਲ ਲੜਨ ਦੀ ਲੋੜ ਨਹੀਂ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਲੜਨ ਦੀ। ਤੈਨੂੰ ਸਿਰਫ ਜਿਹੜਾ ਹੈਗਾ ਮਾਲਕ ਦਾ ਬਣਨ ਦੀ ਲੋੜ ਹੈਗੀ ਆ, ਮਾਲਕ ਦੇ ਨਾਲ ਪਿਆਰ ਪਾਉਣ ਦੀ ਲੋੜ ਆ। ਹੁਣ ਅੱਗੇ ਕਬੀਰ ਜੀ ਦੱਸ ਰਹੇ ਆ ਕਿ ਮੇਰਾ ਕਿਵੇਂ ਪਿਆਰ ਪਿਆ ਹੈ ਮਾਲਕ ਦੇ ਨਾਲ, ਕੀ ਰਿਸ਼ਤਾ ਹੈ। ਕਹਿੰਦੇ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ। ਕਹਿੰਦੇ ਮੈਂ ਤਾਂ ਕੁੱਤਾ ਹਾਂ ਭਾਈ ਮਾਲਕ ਪਰਮਾਤਮਾ ਦਾ, ਮੈਂ ਮਾਲਕ ਦਾ ਕੁੱਤਾ ਹਾਂ। ਕੁੱਤਾ ਦੇਖ ਲਓ, ਮਾਲਕ ਦੇ ਨਾਲ 24 ਘੰਟੇ, ਜਿਹੜਾ ਮਾਲਕ ਹੁੰਦਾ ਹੈ ਉਹਦੇ ਨਾਲ 24 ਘੰਟੇ ਹੁੰਦਾ ਹੈ। ਘਰ ਦੇ ਵਿੱਚ ਵੀ ਜਿਹੜਾ ਹੈਗਾ ਕੁੱਤੇ ਦੇ ਨਾਲ ਜਿਹੜਾ ਪਿਆਰ ਕਰਦਾ ਹੈ ਉਹੀ ਉਹਦਾ ਮਾਲਕ ਹੁੰਦਾ, ਜਿਹਨੂੰ ਇੰਨੇ ਘਰ ਦੇ 5 ਮੈਂਬਰ ਆ, 5 ਦੇ ਨਾਲ ਨਹੀਂ ਕੁੱਤੇ ਦੀ ਜ਼ਿਆਦਾ ਸਾਂਝ ਹੁੰਦੀ, ਬਸ ਜਿਹੜਾ ਮੇਨ ਹੈਗਾ ਉਹਦੇ ਨਾਲ ਹੀ ਉਹਦੇ ਪਿੱਛੇ ਹੀ ਚੱਲਦਾ ਹੈ ਭਾਈ ਉਹ ਕੁੱਤਾ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ। ਕਹਿੰਦੇ ਮੇਰਾ ਨਾਮ ਮੋਤੀ ਹੈਗਾ, ਮੈਂ ਰਾਖਵਾਂ ਕੁੱਤਾ ਹਾਂ, ਐਵੇਂ ਨਹੀਂ ਹੈਗਾ ਕੁੱਤਾ ਜਿਹੜਾ ਪਾਲਤੂ ਜਿਹੜਾ ਹੈਗਾ। ਕਹਿੰਦੇ ਮੇਰੇ ਗਲੇ 'ਚ ਪਟਾ ਵੀ ਹੈਗਾ, ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਉ। ਕਹਿੰਦੇ ਮੇਰੇ ਗਲੇ 'ਚ ਪਟਾ ਹੈਗਾ ਤੇ ਉਹ ਦੂਸਰਾ ਐਂਡ ਜਿਹੜਾ ਹੈਗਾ ਉਹ ਮਾਲਕ ਦੇ ਹੱਥ ਦੇ ਵਿੱਚ ਹੈਗਾ ਆ। ਕਹਿੰਦੇ ਉਹ ਆਪਣੇ ਆਪ ਬਚਾ ਲੈਂਦਾ ਹੈ, ਜਿੱਧਰ ਉਹਨੇ ਖਿੱਚਣਾ ਆ, ਜਿੱਧਰ ਖਿੱਚਦਾ ਹੈ ਮੈਂ ਉੱਧਰ ਨੂੰ ਚੱਲੀ ਜਾ ਰਿਹਾ ਹਾਂ। ਬਸ ਆਹੀ ਤਰੀਕਾ ਹੈਗਾ ਬਚਣ ਦਾ। ਹਾਂਜੀ ਗੋਰਕੀ ਸਾਹਿਬ। ਠੀਕ ਹੈ ਜੀ ਸਾਧ ਸੰਗਤ ਜੀ, ਦੇਖੋ ਹੁਣ ਫਿਰ ਰਾਜ ਦੀ ਗੱਲ ਕਰਕੇ ਵੇਖਣ ਨੂੰ ਸਧਾਰਨ ਜੀ ਗੱਲ ਲਿਖੀ ਹੈ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰਾ ਨਾਮ, ਗਲੇ ਹਮਾਰੇ ਜੇਵਰੀ ਜੈ ਕੀਚੇ ਤੇ ਜਾਉ। ਹੁਣ ਇੱਥੇ ਰੱਸੀ ਤੇ ਹੈ ਨਹੀਂ ਆ, ਨਾ ਤੁਹਾਡੇ ਗੱਲ 'ਚ ਨਾ ਮੇਰੇ ਗੱਲ 'ਚ। ਇੱਥੇ ਰੱਸੀ ਤੋਂ ਹੁਣ ਰੱਸੀ ਤੋਂ ਭਾਵ ਆ ਸੱਚ, ਜਿੱਥੇ ਤੁਹਾਨੂੰ ਸੱਚ ਮਿਲਦਾ ਤੁਸੀਂ ਉੱਧਰ ਚੱਲ, ਸਮਝ ਲਓ ਉਹੀ ਰੱਬ ਦੀ ਰਜਾ ਹੈ, ਉਹੀ ਤੁਹਾਡੇ ਗੱਲ 'ਚ ਰਜਾ ਹੈ। ਹੋਰ ਨਜਾ ਸਾਹਿਬ ਹੋਰ ਤਾਂ ਕੁਛ ਵੀ ਨਹੀਂ ਹੈਗਾ। ਬਿਲਕੁਲ ਇਹੋ ਗੱਲ ਹੋਈ ਹੈ। ਹਾਂ, ਉਹ ਕਹਿੰਦੇ ਜਿੱਥੋਂ ਖਿੱਚਦਾ ਮੈਨੂੰ ਉਦੋਂ ਤੁਰ ਪੈਂਦਾ। ਜਿੱਦਾਂ ਆਪਾਂ ਕੁੱਤੇ ਦੇ ਗਲ 'ਚ ਰੱਸੀ ਪਾਈ ਹੋਵੇ ਤਾਂ ਆਪਾਂ ਜਿੱਦੇ
ਉਹ ਗਲਤ ਮਲਤ ਜਗ੍ਹਾ 'ਚ ਜਾਂਦਾ ਹੈ ਤਾਂ ਆਪਾਂ ਕੀ ਕਰਦੇ ਆ, ਉਹਨੂੰ ਖਿੱਚ ਕੇ ਚੰਗੀ ਜਗ੍ਹਾ ਲੈ ਕੇ ਜਾਂਦੇ ਆ ਨਾ, ਨਹੀਂ ਬਈ ਇੱਧਰ ਗੰਦਮੰਦ ਨਹੀਂ ਖਾਣਾ, ਚੱਲ ਆ ਤੈਨੂੰ ਵਧੀਆ ਰੋਟੀ ਪਾਉਂਦੇ ਆ। ਬਿਲਕੁਲ ਇਸੇ ਹੀ ਤਰ੍ਹਾਂ ਤੁਸੀਂ ਚੰਗਿਆਈ ਦਾ ਸਾਥ ਕਰਨਾ ਹੈ, ਇਹੋ ਹੀ ਪ੍ਰਮਾਤਮਾ ਦੀ ਇੱਛਾ ਹੈ। ਹੁਣ ਦੇਖੋ ਤੁਸੀਂ ਕੋਈ ਕੁੱਤਾ ਰੱਖਿਆ ਹੋਵੇ, ਉਹ ਗੰਦਮੰਦ ਖਾਵੇ, ਨਜ਼ਰ ਸਾਹਿਬ ਸਾਨੂੰ ਚੰਗਾ ਲੱਗੂ ਕੁੱਤਾ ਨਾ, ਨਹੀਂ ਕਹਿਣਾ, ਤੇ ਨਾਲ ਲੋਕਾਂ ਨੇ ਵੀ ਲਾਂਭਾ ਦੇਣਾ ਤੁਹਾਡਾ ਕੁੱਤਾ ਬੜਾ ਗੰਦਾ, ਰੋੜੀਆਂ ਤੇ ਬਣੀ ਕੀ ਖਾਈ ਜਾਂਦਾ ਗੰਦਮੰਦ। ਨਹੀਂ ਆਪਾਂ ਨੇ ਖਾਣ ਹੀ ਨਹੀਂ ਦੇਣਾ, ਰੱਸੀ ਖਿੱਚ ਲੈਣੀ ਹੈ ਜਦੋਂ ਹੀ। ਪਰ ਨਜ਼ਰ ਸਾਹਿਬ ਪਰ ਜੇ ਖਾ ਵੀ ਜਾਵੇ ਤੇ ਉਹ ਲੋਕੀ ਉਹਨੂੰ ਲਾਈਕ ਥੋੜੀ ਕਰਦੇ ਆ ਨਾ, ਇਹਦਾ ਦਿਮਾਗ ਖਰਾਬ ਹੋ ਗਿਆ ਕੁੱਤੇ ਦਾ। ਸੋ ਇਸੇ ਤਰ੍ਹਾਂ ਹੀ ਹੈ ਜਦੋਂ ਅਸੀਂ ਆਪਣੇ ਜੀਵਨ 'ਚ ਚੰਗਿਆਈ ਲੈ ਕੇ ਆਉਂਦੇ ਹਾਂ। ਦੇਖੋ ਚੰਗਿਆਈ ਕਹਿੰਦੇ ਆ ਕਿ ਸੱਚ ਤੋਂ ਅੱਗੇ ਕੀ ਹੈ, ਸੱਚ ਆਚਾਰ, ਤੇ ਸੱਚ ਆਚਾਰ ਤੋਂ ਜਦੋਂ ਕਹਿੰਦੇ ਬਿਨ ਨਾਂ ਤੋਂ ਸੱਚ ਆਚਾਰ ਨਹੀਂ ਪ੍ਰਾਪਤ ਹੋ ਸਕਦੀ, ਕਿਉਂਕਿ ਜਿਹੜੇ ਆਚਾਰ ਨੇ ਉਹ ਤੁਹਾਡੇ ਅੰਦਰੋਂ ਪੈਦਾ ਹੋਣੇ ਚਾਹੀਦੇ, ਨਕਲੀ ਨਹੀਂ। ਇਹ ਬਿਲਕੁਲ ਸੱਚ ਹੈ। ਹੁਣ ਕ੍ਰਿਸਚਨ ਲੋਕ ਨੇ ਵਿਚਾਰੇ ਉਹ ਕਰਮ ਕਰਦੇ ਆ, ਠੀਕ ਹੈ, ਕਰਮ ਕਰਨਾ ਮਾੜੀ ਚੀਜ਼ ਨਹੀਂ ਹੈ, ਪਰ ਕਰਮ ਕਰਨਾ ਹੈ ਆਰਟੀਫਿਸ਼ੀਅਲ। ਜਿੱਦਾਂ ਤੁਸੀਂ ਬਾਜ਼ਾਰੋਂ ਫੁੱਲ ਲਿਆਂਦੇ, ਗੁਲਾਬ ਦੇ, ਚਮੇਲੀ ਦੇ, ਗੈਂਡੇ ਦੇ, ਤੁਸੀਂ ਲਾਏ, ਆਪਣੇ ਲੋਕੀ ਲਾ ਹੀ ਲੈਂਦੇ ਨੇ, ਵੇਖਿਆ ਕੁੜੀਆਂ ਲਾ ਲੈਂਦੀਆਂ, ਬੰਦੇ ਵੀ ਲਾਈ ਜਾਂਦੇ, ਪਰ ਉਹ ਮੁਰਝਾ ਜਾਂਦੇ ਆ ਕਿਉਂਕਿ ਅਸਲੀ ਨਹੀਂ ਹੈਗੇ, ਉਹ ਬਾਹਰੋਂ ਆਰਟੀਫਿਸ਼ੀਅਲ ਬਾਹਰੋਂ ਲੈਂਦੇ। ਇਸੇ ਹੀ ਤਰ੍ਹਾਂ ਜਦੋਂ ਆਪਾਂ ਭਗਤੀ ਕਰਦੇ ਹਾਂ ਤੇ ਚੰਗਿਆਈ ਸਾਡਾ ਸੁਭਾਅ ਬਣ ਜੂਗਾ। ਉਹ ਹੁਣ ਮਤਲਬ ਬਾਹਰੀ ਨਹੀਂ ਹੈ। ਹੁਣ ਦੇਖੋ ਕਈ ਲੋਕ ਆਮ ਹੀ ਕਹਿੰਦੇ ਅਸੀਂ ਸੇਵਾ ਬੜੀ ਕਰਦੇ ਹਾਂ, ਪੁੰਨ ਦਾਨ ਕਰਦੇ ਹਾਂ, ਮੈਂ ਨਹੀਂ ਕਹਿੰਦਾ ਮਾੜੀ ਚੀਜ਼ ਆ, ਪਰ ਉਹ ਇਹ ਚੰਗਿਆਈ ਤੇਰੇ ਕੋਲ ਆਈ ਕਿੱਥੋਂ? ਸੁਭਾਅ ਨਹੀਂ ਹੈ, ਲਾਇਆ ਨਹੀਂ ਨਾ ਤੂੰ, ਸੁਭਾਅ ਨਹੀਂ ਹੈ। ਹਾਂ ਹੁਣ ਦੇਖੋ ਕਈ ਬੰਦੇ ਗੁਰਦੁਆਰੇ ਜਾਂਦੇ, ਉੱਥੇ ਵੇਖੋ ਉਹ ਬੰਗਲੇ ਭਗਤ ਹੁੰਦੇ ਆ, ਉਹ ਹੋਰ ਹੀ ਚੱਕਰ ਚ ਤੁਰੇ ਫਿਰਦੇ। ਉਹ ਕਹਿਣ ਤੋਂ ਭਾਵ ਆ ਕਿ ਮਤਲਬ ਭੈ ਦੇ ਵਿੱਚ ਆਪਾਂ ਚੱਲਣਾ ਹੈ ਔਰ ਉਸ ਜੀਵਨ ਨੂੰ ਜਾਣਨਾ ਹੈ, ਸੱਚ ਦੇ ਨਾਲ ਚੱਲਣਾ ਹੈ। ਹੁਣ ਸੱਚ ਜੋ ਕਹਿੰਦਾ ਸੱਚ ਬੋਲਣਾ ਪਊਗਾ। ਚੰਗਿਆਈ ਨੂੰ ਤੇ ਵੈਸੇ ਵੀ ਚੰਗਿਆਈ ਆਪਣਾ ਹਿੱਸਾ ਬਣਨੀ ਚਾਹੀਦੀ ਹੈ ਜੀਵਨ ਦਾ। ਹਾਂ, ਜੀਵਨ ਮਜ਼ਾ ਵੀ ਨਹੀਂ ਉਸ ਤੋਂ ਬਿਨਾਂ। ਵੈਸੇ ਵੀ ਨਜ਼ਰ ਸਾਹਿਬ ਮੈਂ ਤੇ ਬਹੁਤ ਕੁਝ ਵੇਖ ਲਿਆ, ਸਮਝਿਆ, ਦੁਨੀਆ ਨੂੰ ਚੰਗੀ ਤਰ੍ਹਾਂ ਜਾਣਿਆ, ਆਪਣੇ ਆਪ ਨੂੰ ਵੀ ਜਾਣਿਆ। ਸੱਚ ਤੋਂ ਬਿਨਾਂ ਤੇ ਜੀਵਨ ਬੜਾ ਬਕਵਾਸ ਹੈ, ਇੱਕਦਮ ਬਕਵਾਸ। ਸੱਚ ਜਦੋਂ ਆਉਂਦਾ ਜੀਵਨ ਚ ਮਜ਼ਾ ਹੀ ਤੇ ਉਦੋਂ ਆਉਂਦਾ, ਫਿਰ ਤਾਂ ਪਤਾ ਲੱਗਦਾ। ਫਿਰ ਬੰਦਾ ਸੋਚਦਾ ਯਾਰ ਪਹਿਲਾ ਜੀਵਨ ਤੇ ਐਵੇਂ ਹੀ ਪਤਾ ਨਹੀਂ ਕਿੱਥੇ ਤੁਰਿਆ ਫਿਰਦਾ ਰਿਹਾ ਮੈਂ, ਜਿੱਥੇ ਨਹੀਂ ਜਾਣਾ ਚਾਹੀਦਾ ਉੱਥੇ ਵੀ ਚਲ ਗਿਆ, ਜੋ ਨਹੀਂ ਖਾਣਾ ਚਾਹੀਦਾ ਮੈਂ ਉਹ ਵੀ ਖਾ ਲਿਆ, ਜੋ ਨਹੀਂ ਦੇਖਣਾ ਚਾਹੀਦਾ ਮੈਂ ਉਹ ਵੀ ਦੇਖ ਲਿਆ। ਤੇ ਜਦੋਂ ਸੱਚ ਆਉਂਦਾ ਤੇ ਫਿਰ ਤੇ ਜੀਵਨ ਦਾ ਪਤਾ ਲੱਗਦਾ। ਧਰਮ ਤੋਂ ਬਿਨਾਂ ਜੀਵਨ ਤੇ ਬਕਵਾਸ ਹੈ, ਇੱਕਦਮ ਬਕਵਾਸ, ਫਿੱਕਾ। ਉਹ ਕਹਿੰਦੇ ਆ ਕਿ ਜੇ ਤੂੰ ਗੰਨਾ ਹੀ ਖਾਣਾ ਤੇ ਉਹ ਖਾ ਨਾ ਖਾਣ ਦੇ ਨਾਲ ਤੈਨੂੰ ਕੁਝ ਰਸ ਹੋਵੇ, ਐਵੇਂ ਕਾਹਨੂੰ ਫੋਕੜ ਖਾਈ ਜਾਂਦਾ, ਉਹਦੇ ਤੇ ਹੈ ਹੀ ਕੁਛ ਨਹੀਂ, ਉਹਦੇ ਮਾਇਆ ਸੀ, ਭਰਮ ਸੀ। ਤ੍ਰਿਪਤ ਨਹੀਂ ਹੋਏਗਾ ਬੱਚੇ, ਉਹ ਕਹਿੰਦੇ ਉੱਥੇ ਤ੍ਰਿਪਤ ਨਹੀਂ ਹੋਣਾ, ਕਿਉਂਕਿ ਤੇਰਾ ਜਿਹੜਾ ਮਨ ਹੈ ਉਹਦੀ ਖੁਰਾਕ ਬੜੀ ਪਾਵਰਫੁਲ ਹੈ, ਉਹਨੂੰ ਆਤਮਾ ਚਾਹੀਦੀ ਆ ਤੇ ਉਹ ਭਟਕ ਗਿਆ, ਉਹ ਪਦਾਰਥਾਂ ਚ ਸੁੱਖ ਭਾਲਦਾ। ਜਿੱਦਾਂ ਇੱਕ ਅਮਲੀ ਬੰਦਾ ਹੈ, ਵੇਖੋ ਤੁਹਾਨੂੰ ਚੰਗਾ ਲੱਗਦਾ, ਅਸਲ ਚ ਤੇ ਉਹ ਵੀ ਸੁੱਖ ਚਾਹੁੰਦਾ ਹੈ। ਉਹ ਕਹਿੰਦਾ ਵਿਚਾਰ ਬੰਦ ਹੋ ਜਾਣ ਮੇਰੇ ਅੰਦਰ ਚੱਲਦੇ ਆ, ਤੇ ਨਸ਼ਾ ਕਰਦਾ, ਬਾਰ-ਬਾਰ ਉਹਨੂੰ ਨਸ਼ਾ ਕਰਨਾ ਪੈਂਦਾ ਵਿਚਾਰਾਂ ਨੂੰ ਸ਼ਾਂਤ ਕਰਨ ਦੇ ਲਈ। ਜਦੋਂ ਨਹੀਂ ਕੰਟਰੋਲ ਚ ਹੁੰਦਾ ਫਿਰ ਘਰ ਦੀਆਂ ਚੀਜ਼ਾਂ ਵੇਚ ਦਿੰਦਾ, ਕਿਸੇ ਤਰੀਕੇ ਨਾਲ ਉਹ ਵਿਚਾਰ ਬੰਦ ਹੋ ਜਾਣ। ਜੋ ਹੀ ਸਾਡਾ ਜੀਵਨ, ਠੀਕ ਹੈ ਨਾ। ਇਸ ਲਈ ਕਹਿੰਦੇ ਨੇ ਜੋ ਦਿਸੇ ਸੋ ਸੋ ਰੋਗੀ, ਜਿਹੜਾ ਵੀ ਦਿਖਦਾ ਸਭ ਰੋਗੀ ਨੇ, ਰੋਗ ਰਹਿਤ ਮੇਰੇ ਸਤਿਗੁਰੂ ਜੀ। ਤੇ ਕਬੀਰ ਜੀ ਜਿਹੜੇ ਉਸ ਅਵਸਥਾ ਨੂੰ ਅਪਣਾਉਣਾ ਜ਼ਰੂਰੀ ਹੈ। ਹਾਂਜੀ ਕਬੀਰ ਜੀ ਅਗਲੇ ਸ਼ਬਦ, ਅਗਲੇ ਸ਼ਲੋਕ ਦੇ ਵਿੱਚ ਆਹੀ ਗੱਲ ਕਹਿ ਰਹੇ ਆ ਭਾਈ। ਕਹਿੰਦੇ ਜਿਹੜੇ ਹੈਗੇ ਆ, ਇਹ ਜਿਹੜੇ ਹੈਗੇ ਸਿਰਫ ਜਿਹੜਾ ਹੈਗਾ ਦਿਖਾਵਾ ਨਾ ਕਰ, ਤੂੰ ਆਪਣੇ ਵੱਲੋਂ ਪੋਲਾਈਟ ਨਾ ਬਣ, ਜਿਹੜਾ ਹੈਗਾ ਜਿਹੜੇ ਇਹ ਗੁਣਾਂ ਨੂੰ ਧਾਰਨ ਕਰ ਆਪਣੇ। ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੇਂ ਲੋਏ। ਉਹ ਜਿਹੜੇ ਸੀਗੇ ਉਹ ਰੁਦਰਾਕਸ਼ ਦੀ ਜਿਹੜੀ ਹੈ ਬਣਾ ਲੈਂਦੇ ਸੀ ਮਾਲਾ, ਜਾਂ ਹੋਰ ਜਿਹੜੇ ਹੈਗੇ ਆ ਤੁਲਸੀ ਦੀ ਮਾਲਾ ਬਣਾ ਲੈਂਦੇ ਸੀਗੇ। ਤੁਲਸੀ ਦੇ ਫੁੱਲ ਜੇ ਹੁੰਦੇ ਆ ਉਹਨਾਂ ਦੀ ਵੀ ਮਾਲਾ ਬਣ ਜਾਂਦੀ ਆ, ਕਿ ਤੁਲਸੀ ਦੇ ਜਿਹੜੇ ਹੁੰਦੇ ਆ ਉਹ ਦਾਣੇ ਜੇ। ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੇਂ ਹੋ ਲੋਏ। ਲੋਏ ਕਹਿੰਦੇ ਲੁਕਾਈ ਨੂੰ। ਕਾਹਦੇ ਵਾਸਤੇ ਸ਼ੋ ਕਰ ਰਿਹਾ ਤੂੰ ਭਾਈ? ਵੀ ਬੜਾ ਭਗਤ ਹੈਗਾ, ਬੜਾ ਤੂੰ ਧਿਆਨ ਕਰ ਰਿਹਾ, ਬੜਾ ਸਿਮਰਨ ਕਰ ਰਿਹਾ,
ਮੈਂ ਤਾਂ ਦੇਖਿਆ ਹੈ ਜਿਹੜੇ 24 ਘੰਟੇ ਜਿਹੜੇ ਉਹਨਾਂ ਦੇ ਹੱਥ ਦੇ ਵਿੱਚ ਮਾਲਾ ਹੁੰਦੀ ਹੈ, ਹੱਥ ਦੇ ਵਿੱਚ ਮਾਲਾ, ਮਣਕੇ ਦੇ ਉੱਤੇ ਉਂਗਲੀ ਚੱਲੀ ਜਾਂਦੀ ਹੈ, ਬਸ ਉਹ ਗੱਲਾਂ ਪੂਰੀਆਂ ਕਰੀ ਜਾ ਰਹੇ, ਪੂਰਾ ਇੱਕ ਇੱਕ ਚੀਜ਼ ਜਿਹੜੀ ਹੈਗੀ ਪੂਰੀ ਟੀਵੀ ਦੇਖਦੇ ਹੋਏ ਵੀ ਉਹਨਾਂ ਦੀ ਮਾਲਾ ਚੱਲਦੀ ਰਹਿੰਦੀ ਹੈ। ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੇਂ ਲੋਏ, ਹਿਰਦੇ ਰਾਮ ਨਾ ਚਿਤ ਹੀ ਇਹ ਜਪਨੀ ਕਿਆ ਹੋਏ। ਕਹਿੰਦੇ ਹਿਰਦੇ ਦੇ ਵਿੱਚ ਤਾਂ ਤੇਰੇ ਚੇਤਨ ਪਰਮੇਸ਼ਰ ਨੂੰ ਯਾਦ ਹੀ ਨਹੀਂ ਕਰ ਰਿਹਾ ਤੂੰ, ਖਾਲੀ ਜਿਹੜਾ ਹੈਗਾ ਬਾਹਰੋਂ ਜਿਹੜਾ ਹੈਗਾ ਲੋਕਾਂ ਨੂੰ ਦਿਖਾਵਾ, ਲੋਕ ਦਿਖਾਵਾ ਕਰ ਰਿਹਾ। ਤੇ ਇਹਦੇ ਨਾਲ ਮਿੱਤਰਾ ਕੀ ਹੋਣਾ ਹੈ, ਤੂੰ ਖੁਦ ਸੋਚ ਲਾ ਪਿਆਰਿਆ, ਖੁਦ ਸੋਚ। ਹਾਂਜੀ ਵੀਰ ਜੀ। ਹੁਣ ਸਾਧ ਸੰਗਤ ਜੀ, ਮੈਂ ਵੇਖਿਆ ਮੁਸਲਮਾਨ ਲੋਕ ਨਾ, ਇਹਨਾਂ ਕੋਲ ਤਸਬੀਹ ਹੁੰਦੀ ਹੈ, ਹਾਂ, ਬੜਾ ਅੱਲਾ ਅੱਲਾ ਕਰਦੇ ਆ। ਪਰ ਉਹ ਅੱਲਾ ਨੇ ਸਾਡੀ ਤਸਬੀਹ ਕੀ ਕਰਨੀ, ਦੱਸੋ ਮੈਨੂੰ ਕੀ ਕਰੂਗਾ? ਮਤਲਬ ਹੈਗਾ ਉਹਦਾ? ਅਸਲ ਦੇ ਵਿੱਚ ਮੇਰਾ ਜੀਵਨ ਕੀ ਕਹਿੰਦਾ? ਮੈਂ ਤਸਬੀਹ ਫੇਰਦਾ ਹਾਂ, ਮੈਂ ਨਹੀਂ ਕਹਿੰਦਾ ਫੇਰਨੀ ਮਾੜੀ ਚੀਜ਼ ਹੈ, ਸਾਡੇ ਵੀ ਬਥੇਰੇ ਫੇਰਦੇ, ਪਰ ਮੇਰਾ ਜੀਵਨ ਕੀ ਕਹਿੰਦਾ? ਮੈਂ ਕੀ ਕਰ ਰਿਹਾ? ਮੈਂ ਸੰਸਾਰ ਤੇ ਕੀ ਦਿੱਤਾ? ਮੈਂ ਲੋਕਾਂ ਨੂੰ ਖੋਇਆ ਜੇ ਦਿੱਤਾ? ਇਹ ਸੰਸਾਰ ਤੇ ਮੈਂ ਕਿਸੇ ਚੀਜ਼ ਨੂੰ ਲੈ ਕੇ ਚੱਲ ਰਿਹਾ, ਚੰਗਿਆਈ ਨੂੰ ਲੈ ਰਿਹਾ ਜਾਂ ਬੁਰਾਈ ਨੂੰ ਲੈ ਕੇ ਜਾ ਰਿਹਾ। ਤਸਬੀਹ ਦਾ ਮੁੱਲ ਤਾਂ ਪੈਣਾ ਜੇ ਮੈਂ ਇਕੱਲੀ ਤਸਬੀਹ ਮਾਰ ਕੇ ਸੋਚਦਾ ਵਾਹਿਗੁਰੂ ਵਾਹਿਗੁਰੂ ਕਹਿ ਛੱਡਿਆ ਤੇ ਰੱਬ ਬੜਾ ਖੁਸ਼ ਹੁੰਦੇ ਆ, ਤੇ ਫਿਰ ਮੇਰਾ ਭਰਮ ਹੈ। ਕਿਉਂਕਿ ਆਦੀ ਬੇਆਦੀ ਕਿਹੜੇ ਉਪਾਧੀ? ਹਾਂਜੀ, ਉਪਾਧੀ, ਮਨ ਦੀ ਉਪਦਰਵ। ਆਦੀ ਜਿਹੜੀ ਹੁੰਦੀ ਹੈ, ਆਦੀ ਦਾ ਮਤਲਬ ਆ ਵੀ ਜਿਹੜਾ ਆਪਣੀ ਚਿੰਤਾ ਸੋਚ ਫਿਕਰ ਆ, ਜਿਹੜੇ ਇਹਦੇ ਵਿੱਚ ਚੱਲ ਰਿਹਾ ਮਨ ਦੇ ਵਿੱਚ ਜਿਹੜੇ ਵਿਚਾਰ, ਤੇ ਵਿਆਦੀ ਜ਼ਿਆਦਾ ਹੁੰਦਾ ਅਮਲ ਲੱਗ ਗਏ, ਜਿਹੜੇ ਅਮਲ ਵਿਆਦ ਲੱਗੀ ਹੋਈ ਆ, ਜਿਹੜੇ ਸੰਸਕਾਰ ਪੱਕੇ ਹੋ ਗਏ। ਤੇ ਉਪਾਧੀ ਜਿਹੜੀ ਹੈ ਨਵੇਂ ਜਿਹੜੇ ਹੈ ਟਪੂਸੀਆਂ ਮਾਰ ਰਿਹਾ ਮਨ ਜਿਹੜਾ ਹੈਗਾ, ਨਵੇਂ ਟੇਸਟ ਹੋਰ ਜਿਹੜੇ ਇਕੱਠੇ ਕਰ ਰਿਹਾ ਹੈ। ਹਾਂਜੀ ਵੀਰ ਜੀ। ਕਹਿਣ ਤੋਂ ਭਾਵ ਹੈ ਕਿ ਜੇ ਆਪਾਂ ਤਸਬੀਹ ਮਾਰੀ ਹੈ, ਵਾਹਿਗੁਰੂ ਵਾਹਿਗੁਰੂ ਕੀਤਾ, ਕੀ ਉਹਦਾ ਅਸਰ ਹੋ ਰਿਹਾ ਮੇਰੇ ਜੀਵਨ 'ਚ? ਥੋੜਾ ਬਹੁਤ ਤੁਸੀਂ ਇੱਕ ਜਿੱਦਾਂ ਆਪਾਂ ਕੱਪੜੇ ਧੋਂਦੇ ਆ, ਮੈਂ ਆਪਣੇ ਹੱਥੀਂ ਵੀ ਕੱਪੜੇ ਧੋਤੇ। ਹੁਣ ਮੈਂ ਸਾਬਣ ਮਾਰਿਆ ਜਾਂ ਬੁਰਸ਼ ਮਾਰਿਆ, ਪਾਣੀ ਚੰਗਾਲੀ ਪੈਂਟ, ਨਹੀਂ ਮੈਨੂੰ, ਜੇਕਰ ਮੈਂ 2-4 ਵਾਰੀ ਧੋਤੀ ਹੈ ਤੇ ਮੈਨੂੰ ਕੁਛ ਨਾ ਕੁਛ ਤੇ ਰਿਜ਼ਲਟ ਨਜ਼ਰ ਆਉਣਾ ਚਾਹੀਦਾ ਨਾ। ਜਿਸ ਆਪਣੀ ਸਫਾਈ ਹੋਣੀ ਜ਼ਰੂਰੀ ਹੈ। ਬਿਲਕੁਲ ਉਹਦੀ ਮੈਲ ਜਿਹੜੀ ਹੈਗੀ ਸਾਫ਼ ਹੋਣੀ, ਜੇ ਕੱਪੜਾ ਸਾਫ਼ ਹੋਣਾ ਚਾਹੀਦਾ ਹੈ ਜਾਂ ਮੈਲ ਜਾਣੀ ਚਾਹੀਦੀ ਆ। ਹਾਂਜੀ ਵੀਰ। ਕੁਛ ਨਾ ਕੁਛ ਤੇ ਮੈਨੂੰ ਉਹਦਾ ਰਿਜ਼ਲਟ ਮਿਲੇ ਨਾ। ਪਰਿਣਾਮ ਕੀ ਨਿਕਲਦਾ, ਰਿਜ਼ਲਟ ਕੀ, ਆਊਟਪੁੱਟ ਕੀ ਆ? ਇਸੇ ਲਈ ਕਹਿੰਦੇ ਕਿ ਜੇ ਤੂੰ ਮਾਲਾ ਮੂਲਾ ਫੇਰ ਰਿਹਾ, ਜੋ ਤੂੰ ਮਰਜ਼ੀ ਕਰ ਰਿਹਾ, ਮਨਾ ਥੋੜੀ ਕਰ ਰਿਹਾ ਮੈਂ, ਅਹੀਂ ਕਦੋਂ ਕਹਿੰਦੇ ਕਿ ਨਾ ਫੇਰੋ। ਹਾਂ, ਪਰ ਕਹਿੰਦੇ ਆਊਟਪੁੱਟ ਵੀ ਤੇ ਕੁਛ ਨਿਕਲਿਆ। ਹੁਣ ਛਤਰੀ ਤੂੰ ਹੱਥ 'ਚ ਫੜੀ ਹੋਵੇ ਤੇ ਧੁੱਪ ਤੇਰੇ ਮੱਥੇ 'ਚ ਵੱਜਣ ਦੀ ਹੋਵੇ ਤੇ ਨਜ਼ਰ ਸਭ, ਉਹ ਛਤਰੀ ਫੜਨ ਦਾ ਫਾਇਦਾ ਕੀ? ਫਿਰ ਤਾਂ ਦਿਖਾਵਾ ਹੀ ਹੋਇਆ। ਬਿਲਕੁਲ ਦਿਖਾਵਾ ਹੀ ਹੋਇਆ। ਕੱਪੜਾ ਵੀ ਤੂੰ ਪਾਇਆ, ਜੇ ਤੇਰੇ ਤਨ ਨੂੰ ਨਹੀਂ ਕੱਜਿਆ ਉਹਨੇ ਤੇ ਫਿਰ ਕਾਹਦਾ ਕੱਪੜਾ? ਉਹ ਤੈਨੂੰ ਭਰਮ ਪਿਆ ਹੋਇਆ ਕਿ ਮੈਂ ਕੱਪੜਾ ਪਾਇਆ ਵਾ, ਤੂੰ ਧਾਰਮਿਕ ਆਪਿਆਂ ਨੂੰ ਸਮਝਦਾ ਪਿਆ ਵਾ। ਇਸ ਲਈ ਬਾਣੀ 'ਚ ਕਹਿੰਦੇ ਰਾਮ ਰਾਮ ਕਰਤਾ ਸਭ ਜਗ, ਫਿਰ ਰਾਮ ਨਾ ਪਾਇਆ ਜਾਏ। ਬਿਲਕੁਲ ਸਾਰੀ ਦੁਨੀਆ ਕਹਿੰਦੀ ਰੱਬ 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 ਕਹੀ ਜਾਂਦੀ, ਦੁਨੀਆ ਭਰ ਦੇ ਬੰਦੇ ਉੱਥੇ ਪੱਥਰ ਘਸਾ ਦਿੰਦੇ ਨੇ ਧਾਰਮਿਕ ਸਥਾਨਾਂ 'ਚ ਜਾ ਕੇ ਮੱਥੇ ਰਗੜ ਕੇ। ਪਰ ਉਹ ਕਹਿੰਦੇ ਕਿ ਤੂੰ ਇੱਕ ਜਵਾਬ ਦੇ, ਕਿਸੇ ਨੂੰ ਨਹੀਂ ਦੇਣਾ, ਤੂੰ ਆਪਣੇ ਆਪ ਨੂੰ ਦੇਣਾ ਹੈ ਕਿ ਸੱਚੀ ਕੁਛ ਵੀ ਲੱਭਿਆ ਹੀ, ਕੁਛ ਮਿਲਿਆ ਹੀ, ਕਿਉਂਕਿ ਫੈਸਲਾ ਤੇਰਾ ਵਾ। ਨਗੇ ਲੈ ਕੇ ਚੱਲ ਜਾ, ਤੇਰੀ ਟੈਨਸ਼ਨ ਆ, ਕਿਸੇ ਦੀ ਹੋਰ ਦੀ ਟੈਨਸ਼ਨ ਨਹੀਂ ਹੈ। ਨਜਰ ਸਾਹਿਬ ਬਿਲਕੁਲ, ਜਦ ਤੱਕ ਪਿਆਰ ਨਹੀਂ ਪੈਂਦਾ ਆਪਣੇ ਅੰਦਰ, ਖਿੱਚ ਨਹੀਂ ਪੈਂਦੀ, ਬਿਰਹੋ ਨਹੀਂ ਆਉਂਦਾ, ਤਦ ਤੱਕ ਗੱਲ ਨਹੀਂ ਬਣਨੀ। ਹਾਂ, ਇਸ ਕਰਕੇ ਕਹਿੰਦੇ ਨਜ਼ਰ ਮਾਰੋ। ਉਹ ਜੀਵਨ ਸਾਡਾ ਹੈ, ਵੈਸੇ ਵੀ ਕਿਸੇ ਦਾ ਕਨੈਕਸ਼ਨ ਹੀ ਕੋਈ ਨਹੀਂ। ਜੇ ਲੋਕੀ, ਉਹ ਕਹਿੰਦਾ ਹੈ ਕਿ ਇੱਕ ਬੰਦਾ ਜੇ ਸ਼ਰਾਬ ਪੀ ਕੇ ਮਰਿਆ ਤੇ ਜ਼ਰੂਰੀ ਤੇ ਨਹੀਂ ਕਿ ਅਸੀਂ ਉਹ ਕੰਮ ਕਰਨਾ, ਉਹਦਾ ਜੀਵਨ, ਸਾਡਾ ਜੀਵਨ ਸਾਡਾ। ਇਸ ਕਰਕੇ ਸਾਡਾ ਜੀਵਨ ਅਸੀਂ ਕਿੱਦਾਂ ਬਤੀਤ ਕਰਨਾ ਹੈ, ਇਹ ਤੇ 101% ਜਿਹੜਾ ਹੈ ਉਹ ਸਾਡਾ ਹੀ ਡਿਸੀਜਨ ਹੋਣਾ ਚਾਹੀਦਾ। ਤੇ ਬਸ ਇੰਨਾ ਵਿਚਾਰ ਹੈ। ਬਸ ਆਊਟਪੁੱਟ ਜ਼ਰੂਰ ਦੇਖੋ, ਆਊਟਪੁੱਟ ਨਿਕਲਣਾ ਬਹੁਤ ਜ਼ਰੂਰੀ। ਕਿਉਂਕਿ ਮੈਂ ਕੱਲ ਗਿਆ ਤੇ ਬਦਾਮ ਰੋਗਨ ਘਟਾਉਣ ਨਿਜਰ ਸਾਹਿਬ, ਤੇ
ਮੈਨੂੰ ਕਿਸੇ ਨੇ ਕਿਹਾ ਕਿ ਤੇਲ ਅਲਸੀ ਦਾ ਤੇਲ ਬਹੁਤ ਵਧੀਆ ਹੁੰਦਾ ਹੈ। ਅਲਸੀ ਨਹੀਂ ਸੱਚੋ, ਬਦਾਮਾਂ ਦਾ। ਮੇਥੀ। ਅੱਛਾ, ਮੇਥੀ ਦਾ। ਨਹੀਂ, ਮੇਥੀ ਦਾ ਤੇਲ ਕੱਢਣਾ ਹੈ। ਅੱਛਾ। ਤੇ ਮੈਂ ਪਹਿਲਾਂ ਇੱਕ ਦੁਕਾਨ ਤੇ ਗਿਆ, ਉੱਥੇ ਥੋੜਾ ਕੰਮ ਸਸਤਾ ਸੀ, ਕਹਿੰਦਾ ਕੱਢ ਦਿੰਦੇ ਆ, ਨਿਕਲੇ ਨਹੀਂ ਉਹਦੇ ਕੋਲ। ਚਲੋ 100, 150, 200 ਗ੍ਰਾਮ ਪਾਈ, ਨਹੀਂ ਗੱਲ ਬਣੀ। ਫਿਰ ਇੱਕ ਕਾਰੀਗਰ ਹੈਗਾ, ਘਰਾਟੀਆ ਹੀ ਹੈ, ਮਹਿੰਗਾ ਜਿਹਾ ਹੀ, ਪੈਸੇ ਵਾਵਾ ਲੈ ਲਏ ਮੇਰੇ ਤੋਂ ਨੇ। ਉਹ ਕਹਿੰਦਾ ਮੈਂ ਤੇ ਕਣਕ ਚੋਂ ਵੀ ਤੇਲ ਕੱਢ ਦਿੰਦਾ ਨਿੱਜਰ ਸਾਹਿਬ। ਮੈਨੂੰ ਬੜਾ ਹਾਸਾ ਪਿਆ। ਮੈਂ ਤੇ ਬੁਲਾ ਹੀ ਹੈ ਕੋਈ, ਪਹਿਲਾਂ ਉਹ ਤੋਂ ਹੀ ਕਰਾਇਆ ਸੀ ਕੰਮ ਮੈਂ। ਤੇ ਫਿਰ ਮੈਂ ਸਸਤੇ ਨੂੰ ਵੇਖ ਕੇ ਪਰੇ ਚੱਲ ਗਿਆ। ਉਹ 50 ਦਾ ਕੱਢਦਾ 1 ਕਿਲੋ ਦਾ, ਤੇ ਚੱਲ ਮੈਂ ਕਹਿੰਦਾ ਮੈਂ ਤੇ ਕਣਕ ਦਾ ਕੱਢ ਦਿੰਦਾ, ਮੈਂ ਤੇ ਲਾਲ ਮਿਰਚਾਂ ਚੋਂ ਵੀ ਉਹਦਾ ਤੇਲ ਕੱਢ ਦਿੰਦਾ। ਇਹੋ ਜਿਹਾ ਬੰਦਾ ਸੀ ਉਹ। ਵਾਹ ਜੀ ਵਾਹ। ਮੈਂ ਕਿਹਾ ਭਰਾ ਇਹ ਬੰਦਾ ਕੌਨਫੀਡੈਂਟ ਆ ਤੇ ਗੱਲ ਪੂਰੀ ਕਰਦਾ। ਤੇ ਮੈਂ ਲਓ ਜੀ ਗੱਲ ਕਰੋ। ਕਹਿੰਦਾ 200 ਰੁਪਏ ਲਊਂ ਕਿਲੋ ਦਾ, ਕੱਢ ਦਿੰਦਾ। ਨਿੱਜਰ ਸਾਹਿਬ ਉਹਨੇ 260 ਉਹਦਾ ਟੈਂਪਰੇਚਰ ਕੀਤਾ ਮਸ਼ੀਨ ਦਾ। ਫਿਰ ਪਤਾ ਨਹੀਂ 300 ਤੱਕ ਟੈਂਪਰੇਚਰ ਕਰਕੇ ਲਿਆ। ਤਾਂ ਫਿਰ ਉਹਨੇ ਪਾਇਆ, ਪਹਿਲੀ ਕਹਾਣੀ ਪਾਈ, ਨਿਕਲਿਆ ਨਹੀਂ। ਦੂਜੀ ਕਹਾਣੀ ਪਾਇਆ, ਨਿਕਲਿਆ। ਤੀਜੀ ਕਹਾਣੀ 'ਚ ਜਾ ਕੇ ਅਲਸੀ ਨੇ ਤੇਲ ਛੱਡਿਆ। ਪਰ ਉਹਨੂੰ ਵਿਧੀ ਦਾ ਪਤਾ ਸੀ, ਉਹਨੇ ਕੱਢਿਆ ਸੀ। ਉਸੇ ਹੀ ਤਰ੍ਹਾਂ ਜ਼ਿੰਦਗੀ ਦੇ ਵਿੱਚ ਜੇਕਰ ਆਪਾਂ ਕੁਛ ਕਰਦੇ ਹਾਂ ਤੇ ਵਿੱਚੋਂ ਕੁਛ ਨਿਕਲਣਾ ਚਾਹੀਦਾ, ਨਹੀਂ ਤੇ ਮਿਹਨਤੀ ਹੈ। ਫਿਰ ਉਹ ਤੇ ਮਸ਼ੀਨ 'ਚ ਪਾਈ ਜੋ, ਤੇ ਉਹਦਾ ਮਤਲਬ ਹੀ ਕੋਈ ਨਹੀਂ ਹੈਗਾ। ਠੀਕ ਹੈ ਨਾ? ਜਿਸ ਆਵਾਜ਼ ਦੇ ਵਿਚਾਰ ਇੱਕ ਹੋਰ ਲੈ ਲਈਏ ਗੁਰੂ ਸਾਹਿਬ, ਆਖਰੀ ਕਰ ਦਈਏ ਜ਼ਰੂਰ। कबीर बिरहो पुयंगम मन बसै मंत ना माने कोय, राम वियोगी ना जिए जिए तो बौरा होए। ਕਹਿੰਦੇ ਭਾਈ ਦੇਖੋ ਨਿਸ਼ਾਨੀ ਹੈਗੀ, ਜਿਹਨੂੰ ਪਰਮੇਸ਼ਰ ਦੀ ਜਿਹੜੀ ਹੈਗੀ ਆ ਖਿੱਚ ਪੈਦਾ ਹੋ ਗਈ ਆ, ਪਰਮੇਸ਼ਰ ਦੇ ਨਾਲ ਪਿਆਰ ਹੋ ਗਿਆ, ਜਿਹੜਾ ਮੋਤੀ ਹੋ ਗਿਆ ਮਾਲਕ ਦਾ। ਬਿਰਹਾ ਕਹਿੰਦੇ ਉਹਨੂੰ ਜਿਹੜਾ ਹੈਗਾ ਮਾਲਕ ਤੋਂ, ਪਰਮੇਸ਼ਰ ਤੋਂ ਇਲਾਵਾ ਹੋਰ ਕੁਛ ਨਹੀਂ ਚੰਗਾ ਲੱਗੂਗਾ। ਰੂਟੀਨ ਉਹ ਜਿਹੜਾ ਉਹ ਦੂਜੇ ਪਾਸੇ ਜਿਹੜਾ ਹੈਗਾ ਉਹ ਸਿਰਫ ਜਿਹੜਾ ਹੈਗਾ ਬਸ ਹਾਸਾ ਠਾਠਾ ਬਾਗਾ ਹੀ ਕਰੂਗਾ। ਬਸ ਅਸਲੀ ਕੰਮ ਜਿਹੜਾ ਮੇਨ ਉਹਦਾ ਪਰਮੇਸ਼ਰ ਹੈਗਾ, ਭਗਤੀ। ਕਬੀਰ ਬਿਰਹੋ ਭੁਯੰਗਮ, ਭੁਯੰਗਮ ਕਹਿੰਦੇ ਸੱਪ। ਕਹਿੰਦੇ ਜਿਹਨੂੰ ਪਰਮੇਸ਼ਰ ਦਾ ਆ ਬਿਰਹੋ ਲੱਗ ਗਿਆ, ਜਿਹਦੇ ਅੰਦਰ, ਜਿਹਨੂੰ ਆ ਸੱਪ ਜਿਹੜਾ ਹੈਗਾ ਮਾਲਕ ਪਰਮਾਤਮਾ ਦਾ ਸੱਪ ਜਿਹੜਾ ਹੈਗਾ ਇਹ ਡਸ ਗਿਆ, ਜਿਹਨੂੰ ਪਰਮੇਸ਼ਰ ਦੀ ਖਿੱਚ ਜਿਹਦੇ ਅੰਦਰ ਪੈਦਾ ਹੋ ਗਈ, ਜਿਹਦੇ ਮਨ ਦੇ ਵਿੱਚ ਮੰਤ ਨਾ ਮਾਨੇ ਕੋਏ। ਕਹਿੰਦੇ ਉਹਨੇ ਕਿਸੇ ਵੀ, ਭਾਵੇਂ ਜਿਹੜੀ ਮਰਜ਼ੀ ਮੰਤਰ ਲੈ ਆਓ, ਵੱਡੇ ਵੱਡੇ ਕਾਰੀਗਰ ਲੈ ਆਓ, ਵੱਡੇ ਵੱਡੇ ਜਿਹੜੇ ਹੈਗੇ ਸੱਪ ਦਾ ਜ਼ਹਿਰ ਕੱਢਣ ਵਾਲੇ ਲੈ ਆਓ, ਕਹਿੰਦੇ ਇਹਦਾ ਜ਼ਹਿਰ ਨਹੀਂ ਨਿਕਲਦਾ ਭਾਈ। ਉਹਦੀ ਖਿੱਚ, ਉਹਦਾ ਪਿਆਰ ਕੋਈ ਤੋੜ ਨਹੀਂ ਸਕਦਾ। ਮਾਈ ਕਾ ਲਾਲ। ਕਬੀਰ ਬਿਰਹੋ ਭੁਯੰਗਮ ਮਨ ਬਸੈ ਮੰਤ ਨਾ ਮਾਨੇ ਕੋਏ, ਰਾਮ ਵਿਯੋਗੀ ਨਾ ਜੀਏ। ਉਹ ਦੁਨੀਆ ਦੇ ਵਿੱਚ, ਦੁਨੀਆ ਦੇ ਪਦਾਰਥਾਂ ਦੇ ਵਿੱਚ ਨਹੀਂ ਜੀਊਗਾ ਪਿਆਰਿਓ, ਜੀਏ ਤਾਂ ਬੌਰਾ ਹੋਏ। ਜੀਏਗਾ ਤੇ ਮਾਲਕ ਪਰਮਾਤਮਾ ਦੇ ਪਿਆਰ ਦੇ ਵਿੱਚ ਬੌਰਾ ਹੋ ਕੇ ਜੀਏਗਾ। ਬਸ ਉਹ ਤਾਂ ਮਾਲਕ ਦਾ ਬੌਰਾ ਹੋ ਗਿਆ। ਕਹਿੰਦੇ ਬਸ ਮੈਂ ਤਾਂ ਪਾਓ ਤੇਰਾ ਭਾਂਗ, ਖਲੜੀ ਮੇਰਾ ਚੀਤ, ਮੈਂ ਦੀਵਾਨਾ ਪਿਆ ਅਤੀਤ। ਪਹਿਲੀ ਪਾਤਸ਼ਾਹੀ ਕਹਿ ਰਹੀ ਹੈ, ਜਿਹਨੂੰ ਆ ਨਸ਼ਾ ਚੜ੍ਹ ਗਿਆ, ਜਿਹਨੂੰ ਆ ਬਿਰਹੋ ਦਾ ਨਸ਼ਾ ਚੜ੍ਹ ਗਿਆ, ਮਾਲਕ ਦੇ ਨਾਲ ਪਿਆਰ ਪੈਦਾ ਹੋ ਗਿਆ ਭਾਈ, ਉਹ ਪਿਆਰ ਦੇ ਵਿੱਚ ਹੀ ਕਮਲਾ ਹੋ ਜਾਂਦਾ ਹੈ। ਕਮਲੇ ਦਾ ਭਾਵ ਉਹਦੇ ਵਿੱਚ ਹੀ ਮਾਲਕ ਦੇ ਦਰਸ਼ਨਾਂ ਦੇ ਵਾਸਤੇ ਉਹ ਸਾਰਾ ਕੁਛ ਜਿਹੜਾ ਹੈਗਾ ਆਪਣਾ ਵਾਰ ਦਿੰਦਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਦੇਖ ਲਓ, ਵਿਰਾਗ ਪੈਦਾ ਹੋਣਾ ਬੜਾ ਜ਼ਰੂਰੀ ਹੈ। ਜਿਸ ਤਰ੍ਹਾਂ ਬਿਰਹੋ ਤੇ ਵਿਰਾਗ ਇੱਕੋ ਚੀਜ਼ ਹੈ ਨਾ? ਬਿਲਕੁਲ ਇੱਕੋ ਹੀ ਚੀਜ਼ ਹੈ ਜੀ। ਹਾਂ, ਜ਼ਿੰਦਗੀ ਤੁਹਾਡੀ ਸਭ ਤੋਂ ਵੱਡੀ ਪ੍ਰਾਪਤੀ ਉਹ ਹੀ ਹੈ ਕਿ ਜਦੋਂ ਤੁਹਾਡੇ ਅੰਦਰ ਵਿਰਾਗ ਪੈਦਾ ਹੋ। ਵਿਰਾਗ ਉਦੋਂ ਪੈਦਾ ਹੋਣਾ ਜਦੋਂ ਸੁਰਤੀ ਆਤਮਾ ਤੱਕ ਚੱਲਦੀ। ਬਸ ਐਂਡ ਆਫ ਦਾ ਸਟੋਰੀ। ਕੁਛ ਨਹੀਂ ਕਰਨਾ ਹੁਣ, ਖਤਮ, ਕੰਮ ਪੂਰਾ ਹੋ ਗਿਆ। ਜੋਤੀ ਜੋਤ ਰਲੀ, ਉੱਥੇ ਕੰਮ ਪੂਰਾ ਹੋ ਗਿਆ। ਨਦੀ ਸਾਗਰ ਚ ਗਈ, ਜੌਬ ਇਜ਼ ਡਨ, ਕੰਮ ਕੰਪਲੀਟ। ਵਿਰਾਗ ਪੈਦਾ ਹੋਣਾ ਹੈ, ਭਗਤੀ ਨੇ ਵਿਰਾਗ ਪੈਦਾ ਕਰਨਾ। ਉਦਾਂ ਮਨ ਨਹੀਂ ਮੁੜਦਾ, ਨਹੀਂ ਮੁੜਦਾ, ਨਹੀਂ ਮੁੜਦਾ। ਜਿਉਂ ਜਿਉਂ ਭਗਤੀ ਕਰਾਂਗੇ ਤਿਉਂ ਵਿਰਾਗ ਪੈਦਾ ਹੋ ਹੀ ਜਾਣਾ। ਹਾਂਜੀ ਹਾਂ, ਵਿਰਾਗ ਹੀ ਧਿਆਨ, ਉਹ ਆਖਰੀ ਮੰਜ਼ਿਲ ਹੈ। ਏਦਾਂ ਮੇਰੇ ਵਰਗਾ ਵਿਰਾਗੀ ਬਣ ਜਾਂਦਾ ਹੈ, ਕੱਪੜੇ ਪਾ ਲੈਂਦਾ, ਥੱਲੇ ਲੱਕੜ ਦੀ ਜੁੱਤੀ ਪਾ ਲੈਂਦਾ। ਏਦਾਂ ਨਹੀਂ ਵਿਰਾਗ ਆਉਂਦਾ। ਚਿੱਟੇ ਕੱਪੜੇ ਪਾ ਲੈਂਦੇ, ਲੋਕੀ ਸੋਚਦੇ ਕਿ ਮੈਂ ਰੰਗ ਦਾ ਤਿਆਗ ਕਰਦਾ, ਪਰ ਉਹ ਨਹੀਂ।
ਠੀਕ ਹੈ, ਕੋਈ ਪਾਉਂਦਾ ਹੈ ਤਾਂ ਕੋਈ ਮਾੜੀ ਚੀਜ਼ ਨਹੀਂ ਹੈ, ਬਟ ਪੁਆਇੰਟ ਕੁਝ ਹੋ ਰਿਹਾ। ਆਪਾਂ ਅੰਦਰੋਂ ਵਿਰਾਗੀ ਹੋਣਾ ਹੈ। ਬਾਹਰੀ ਸਰੀਰਕ ਤੌਰ ਤੇ ਜਿਹੜਾ ਆਪਾਂ ਵਿਰਾਗੀ ਸ਼ੋਅ ਕਰਦੇ ਹਾਂ, ਉਹ ਵਿਰਾਗੀ ਬੰਦਾ ਨਹੀਂ ਹੁੰਦਾ, ਉਹ ਇੱਕ ਅਲੱਗ ਚੀਜ਼ ਹੈ। ਠੀਕ ਹੈ, ਪਾ ਲਓ, ਕੋਈ ਪ੍ਰੋਬਲਮ ਨਹੀਂ ਹੈ, ਇਟ ਇਜ਼ ਨਾਟ ਅ ਪ੍ਰੋਬਲਮ, ਬਟ ਮੇਨ ਜਿਹੜਾ ਹੈਗਾ ਅੰਦਰੋਂ ਵਿਰਾਗ ਪੈਦਾ ਹੋਣਾ। ਬਸ ਜਦੋਂ ਵਿਰਾਗ ਪੈਦਾ ਹੋ ਗਿਆ ਤੇ ਕੰਮ ਹੋ, ਫਿਰ ਤੁਹਾਡਾ ਮਨ ਜਾਣਾ ਹੀ ਨਹੀਂ ਉੱਥੇ। ਨਿਜਰ ਸਾਹਿਬ, ਬਿਲਕੁਲ ਤੁਸੀਂ ਲੈ ਕੇ ਜਾਓਗੇ ਤਾਂ ਵੀ ਨਹੀਂ ਉੱਥੇ ਜਾਣਾ, ਉਹਨੂੰ ਚੰਗਾ ਨਹੀਂ ਲੱਗਣਾ, ਉਹਨੇ ਜਾਣਾ ਹੀ ਨਹੀਂ ਉੱਥੇ। ਸਭ ਕੁਝ ਛੁੱਟ ਗਿਆ ਜਿੰਦੇ ਜੀ। ਫਿਰ ਜਦੋਂ ਉਹ ਕਹਿੰਦੇ ਨੇ ਜਿਸ ਮਰਨੀ ਸੇ ਜਗ ਡਰੇ ਮੇਰੇ ਮਨ ਆਨੰਦ ਮਰਨੀ ਤੇ ਪਾਈਏ ਪੂਰਨ ਪਰਮਾਨੰਦ, ਵਿਰਾਗ ਜਦੋਂ ਪੈਦਾ ਹੋ ਗਿਆ ਤਾਂ ਸਮਝ ਲਓ ਕਿ ਉਹ ਮੌਤ ਆ ਗਈ ਉਹਨਾਂ ਦੀ, ਔਗੁਣਾ ਦੀ। ਬਿਲਕੁਲ, ਜਿਹਨੂੰ ਅਸਲੀ ਚੀਜ਼ ਮਿਲ ਗਈ ਆ ਗੋਰਖੀ ਸਾਹਿਬ, ਅਸਲੀ ਦੀ ਖਿੱਚ, ਅਸਲੀ ਤੇ ਨਕਲੀ ਦੀ ਪਰਖ ਆ ਗਈ ਆ, ਉਹ ਨਕਲੀ ਦੇ ਵੱਲ ਜਾਊਗਾ। ਨਿਜਾ ਸਾਹਿਬ, ਜਦੋਂ ਆਤਮਾ ਤੱਤ ਨੂੰ ਆਪਾਂ ਪੀ ਲਿਆ ਨਾ, ਤੇ ਸਾਰੇ ਜਿਹੜੇ ਅਵਰ ਰਸ ਚਲਕ ਜਾਂਦੇ ਆ। ਬਾਣੀ ਚ ਲਿਖਿਆ ਇੱਕ ਜਗ੍ਹਾ ਤੇ ਕਿ ਦੂਜੇ ਰਸ ਸਾਰੇ ਜਿਹੜੇ ਉਹਨੂੰ ਤਿਆਗ ਦਿੰਦਾ ਮਨ। ਫਿਰ ਮਨ ਤੇ ਨਿਕਲਦਾ ਨਹੀਂ ਉੱਥੋਂ, ਉੱਥੇ ਬਹਿ ਜਾਂਦਾ ਆਤਮਾ ਚ। ਇਹੋ ਜੀਵਨ ਦੀ ਪ੍ਰਾਪਤੀ। ਹਾਂਜੀ ਨਿਜਾ ਸਾਹਿਬ, ਅੱਜ ਦੇ ਵਿਚਾਰ ਇੱਥੇ। ਹਾਂਜੀ ਵੀਰ ਜੀ, ਬਹੁਤ ਵਧੀਆ ਜੀ। ਠੀਕ ਹੈ ਸਾਧ ਸੰਗਤ ਜੀ, ਧਿਆਨ ਰੱਖੋ, ਰੱਜ ਕੇ ਮਿਹਨਤ ਕਰੋ। ਇਹ ਮੇਰੇ ਮਾਲਿਕ ਮਿਹਰ ਕਰੋ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਮਿਹਰ ਕਰੋ, ਗਰੀਬ ਨਵਾਜ। ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ, ਭੁੱਲਾਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ਼ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ੋ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ, ਨਾਮਧਨ ਬਖਸ਼ਣਾ, ਤੰਦਰੁਸਤੀ ਬਖਸ਼ਣੀ, ਦੇਹ ਨਿਰੋਗਤਾ ਬਖਸ਼ਣੀ। ਮੇਰੇ ਮਾਲਿਕ ਤੇ ਮੇਰੇ ਪਿਤਾ ਮਿਹਰ ਕਰੋ, ਮਿਹਰ ਕਰੋ। ਅਸੀਂ ਸਾਰੇ ਭਗਤੀ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ, ਉਸ ਪਰਮ ਜੀਵਨ ਨੂੰ ਜਾਣਨਾ ਚਾਹੁੰਦੇ ਹਾਂ। ਆਪ ਮਿਹਰ ਕਰੋ ਮੇਰੇ ਮਾਲਿਕ। ਸਾਡੀ ਸ਼ੁਭ ਇਛਾਵਾਂ ਦੀ ਪੂਰਤੀ ਕਰਨੀ, ਬੁਰੀਆਂ ਇਛਾਵਾਂ ਤੋਂ ਸਾਨੂੰ ਮੁਕਤ ਕਰ ਦੇਣਾ ਮੇਰੇ ਮਾਲਿਕ, ਉਹਨਾਂ ਪੂਰੀਆਂ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਹੁਣ ਸਾਧ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ